ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209-277-0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਲਈ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਵਧੀਆ ਸਿਖਲਾਈ ਦਿੰਦੇ ਨੇ। 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855-905-2575 ਤੇ ਗੱਲ ਕਰ ਸਕਦੇ ਹੋ। ਜੁੜਦੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਅਹਿਮ ਖਬਰਾਂ ਤੇ ਉਹਨਾਂ ਤੇ ਟਿੱਪਣੀਆਂ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ, ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਉਹਨੇ ਦਾਅਵਾ ਕੀਤਾ ਹੈ ਕਿ ਸ਼ੂਟਰ ਜਿਹੜੇ ਸੀਗੇ ਉਹ ਸਰੈਂਡਰ ਕਰਨਾ ਚਾਹੁੰਦੇ ਸੀ ਅਸਲ 'ਚ। ਮਤਲਬ ਕਿ ਦੇਖੋ ਗੱਲ ਕੀ ਹੈ ਕਿ ਗੋਲਡੀ ਬਰਾੜ ਨੇ ਜਿਹੜਾ ਦਾਅਵਾ ਕੀਤਾ ਨਾ ਉਹ ਇਹ ਗੱਲ ਕਹਿੰਦਾ ਆ, ਇਹ ਥੋੜਾ ਜਿਹਾ ਮਤਲਬ ਕਿ ਕੰਟਰਾਡਿਕਟ ਜਿਹੜੀ ਪੁਲਿਸ ਆ, ਪੁਲਿਸ ਦੇ ਵੱਲੋਂ ਇੱਕ ਮਾਨਸਾ ਪੁਲਿਸ ਵੱਲੋਂ SI ਆ ਸਾਹਮਣੇ ਜੀ SI ਨੇ ਕਿਹਾ ਕਿ ਦੇਖੋ ਇਹਨਾਂ ਨੇ ਗੋਲੀ ਰੋਕ ਦਿੱਤੀ ਸੀ, ਗੋਲੀਬਾਰੀ ਰੋਕ ਦਿੱਤੀ ਸੀ, ਸਰੈਂਡਰ ਕਰਨਾ ਚਾਹੁੰਦੇ ਸੀਗੇ, ਬਟ ਬਾਅਦ ਦੇ ਵਿੱਚ ਇਹਨਾਂ ਨੇ ਫਿਰ ਗੋਲੀ ਚਲਾਉਣੀ ਸਟਾਰਟ ਕਰ ਦਿੱਤੀ ਤੇ ਜਿਸ ਤੋਂ ਬਾਅਦ ਮੁਕਾਬਲਾ ਚੱਲਿਆ ਤੇ ਇਸੇ ਦਰਮਿਆਨ ਫਿਰ ਕਾਰਵਾਈ ਦੇ ਵਿੱਚ ਜਿਹੜਾ ਇਹ ਸੀਗਾ ਸਾਰਾ ਕੁਝ ਉਹ ਹੋ ਗਿਆ। ਤਾਂ ਦੂਸਰੇ ਪਾਸੇ ਗੋਲਡੀ ਬਰਾੜ ਜੋ ਕਹਿ ਰਿਹਾ ਉਹਦਾ ਮਤਲਬ ਇਹ ਆ ਕਿ ਦੇਖੋ ਅਸੀਂ ਸਰੈਂਡਰ ਕਰਵਾਉਣਾ ਚਾਹੁੰਦੇ ਸੀ, ਮਤਲਬ ਕਿ ਮੈਂ ਕਿਹਾ ਸੀਗਾ ਕਿ ਸਰੈਂਡਰ ਕਰ ਦਿਓ ਜੀ, ਪਰ ਉਹਨਾਂ ਨੇ ਕਿਹਾ ਕਿ ਲਾਸਟ ਪਰਫਾਰਮੈਂਸ ਦਿਖਾਉਣੀ ਬਾਕੀ, ਸਰੈਂਡਰ ਨਹੀਂ ਕਰਾਂਗੇ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੁਲਿਸ ਵਾਲੇ ਇੱਥੇ ਮਾਨਸਾ ਪੁਲਿਸ ਕਿਉਂਕਿ FIR ਉਹਨਾਂ ਦੇ ਕੋਲ ਆ, ਉਹਨਾਂ ਦੇ ਇੱਕ ASI ਨੇ ਗੱਲ ਕਹੀ ਹੈ ਕਿ ਦੇਖੋ ਇੱਕ ਵਾਰੀ ਤੇ ਮੁਕਾਬਲਾ ਜਿਹੜਾ ਰੁਕ ਗਿਆ ਸੀਗਾ, ਉਹ ਗੱਲਬਾਤ ਵੀ ਕਰ ਰਹੇ ਸਨ, ਜਿਹੜੇ ਛੱਤ ਤੇ ਬੰਦੇ ਸਾਡੇ ਪਹੁੰਚ ਗਏ, ਪਰ ਫਿਰ ਅਚਾਨਕ ਉਹਨਾਂ ਨੇ ਗੋਲੀ ਚਲਾਉਣੀ ਦੁਬਾਰਾ ਸਟਾਰਟ ਕਰ ਦਿੱਤੀ। ਤੇ ਇਹਦਾ ਮਤਲਬ ਥੋੜਾ ਜਿਹਾ ਆਪਸ ਦੇ ਵਿੱਚ ਜੋੜ ਕੇ ਜੇ ਦੇਖੀਏ ਤਾਂ ਵਾਕਿਆ ਉਹ ਸਰੈਂਡਰ ਕਰਨ ਦਾ ਸੋਚ ਵੀ ਰਹੇ ਹੋਣਗੇ ਸ਼ਾਇਦ ਕਿਤੇ, ਪਰ ਗੱਲ ਇਹ ਆ ਕਿ ਉਹਨਾਂ ਨੇ ਧਾਰ ਲਈ ਸੀ ਸ਼ਾਇਦ ਜੋ, ਕਿਉਂਕਿ ਹੁਣ ਦੇਖੋ ਫੇਕ ਜੇ ਪੋਸਟ ਸਹੀ ਹੈ ਤਾਂ ਕਥਿਤ ਪੋਸਟ ਹੁੰਦੀ ਹੈ ਵੈਸੇ, ਕਿਉਂਕਿ ਜਦੋਂ ਤੱਕ ਕੋਈ ਪ੍ਰਮਾਣ ਨਹੀਂ ਹੈ ਕਿ ਕਿਹਦੀ ID ਤੋਂ, ਇੱਕ ਸਿਰਫ ਫੇਸਬੁੱਕ ਪੋਸਟ ਤੋਂ ਹੀ ਸਾਰਾ ਕੁਝ ਚੱਲ ਪੈਂਦਾ ਮੀਡੀਆ 'ਚ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਹਨੂੰ ਸੱਚ ਮੰਨਿਆ ਜਾਂਦਾ ਕਿ ਹਾਂ ਇਹ ਸੱਚੀਓ ਉਹੀ ਮੁੰਡਾ ਜਿਹੜਾ ਬਾਹਰ ਹੈਗਾ ਵਾਂਟਡ ਉਹ ਹੀ ਪਾ ਰਿਹਾ ਵਾ ਤੇ ਸਾਰੀਆਂ ਗੱਲਾਂ ਸੱਚ ਕਹਿ ਰਿਹਾ, ਤਾਂ ਫਿਰ ਤਾਂ ਫੇਕ ਐਨਕਾਊਂਟਰ ਵਾਲੀ ਜਿਹੜੀ ਥਿਊਰੀ ਉਹ ਆਪਣੇ ਆਪ ਹੀ ਉੱਡ ਜਾਂਦੀ ਹੈ, ਕਿਉਂਕਿ ਉਹ ਮੋਹਰ ਲਾ ਰਿਹਾ, ਉਹ ਇਸ ਗੱਲ ਦੀ ਖੁਦ ਪੁਸ਼ਟੀ ਕਰ ਰਿਹਾ ਕਿ ਬੰਦੇ ਮਤਲਬ ਕਿ ਸਰੈਂਡਰ ਨਹੀਂ ਸੀ ਕਰਨਾ ਚਾਹੁੰਦੇ, ਉਹ ਮੁਕਾਬਲਾ ਦੇਣਾ ਚਾਹੁੰਦੇ ਸੀ। ਤਾਂ ਦੂਜੀ ਚੀਜ਼ ਇਹ ਹੈ ਕਿ ਇਸ ਮਾਮਲੇ 'ਚ ਹੁਣ ਦੇਖੋ ਸੱਚ ਕੀ ਆ, ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਕੋਈ ਬਾਹਰ ਬੈਠਾ ਦਾਅਵਾ ਕਰ ਰਿਹਾ, ਕੋਈ ਇੱਥੇ ਜਿਹੜਾ ਪੁਲਿਸ ਫੋਰਸ ਦੇ ਵਿੱਚ ਆ ਉਹ ਆਪਣਾ ਦਾਅਵਾ ਪੇਸ਼ ਕਰ ਰਿਹਾ, ਤਾਂ ਸਾਰਾ ਕੁਝ ਏਦਾਂ ਹੀ ਚੱਲੀ ਜਾਂਦਾ ਹੈ। ਤਾਂ ਖੈਰ ਜੋ ਵੀ ਹੈ ਹਾਲ ਦੀ ਘੜੀ ਤਾਂ ਇਸ ਐਨਕਾਊਂਟਰ ਦੇ ਵਿੱਚ ਮੀਡੀਆ ਵੀ ਅੱਡੋ ਅੱਡ ਦਾਅਵੇ ਕਰ ਲਿਆਉਂਦਾ ਹੈ। ਅੱਜ ਇੱਕ ਹੋਰ ਦਾਅਵਾ ਆ ਗਿਆ, ਕਹਿੰਦੇ ਜੀ ਕਿ ਇਹਨਾਂ ਨੇ 6 ਦਿਨ ਪਹਿਲਾਂ ਪਾਰਟੀ ਕੀਤੀ ਹੈ, ਕਿ ਪਤਾ ਨਹੀਂ ਕਿਆ ਕਿਆ ਗੱਲਾਂ ਕਹੀ ਜਾਂਦੇ ਆ। ਸੋ ਇਸ ਵੇਲੇ ਇਹਦੀ ਜਾਂਚ ਪੜਤਾਲ ਜਾਰੀ ਆ, ਜਿਹੜੀ ਇੱਕ ਮਤਲਬ ਕਿ ਪ੍ਰਕਿਰਿਆ ਦੇ ਤਹਿਤ ਹੁੰਦੀ ਆ। ਬਾਕੀ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹ ਆਪੋ ਆਪਣੇ ਪੱਖ ਤੋਂ ਨੇ, ਜਿਵੇਂ ਆਪਾਂ ਹੁਣ ਅੱਜ ਦੇਖਿਆ ਕਿ ਉਹ ਪੁਲਿਸ ਵਾਲੇ ਨੇ ਕੀਤਾ ਦਾਅਵਾ, ਹੁਣ ਪੁਲਿਸ ਵਾਲਾ ਦਾਅਵਾ ਤਾਂ ਆਪਾਂ ਮੰਨ ਸਕਦੇ ਹਾਂ ਕਿ ਕੋਈ ਬੰਦਾ ਆਪਾਂ ਮੰਨਦੇ ਆ ਕਿ ਆਫੀਸ਼ੀਅਲੀ ਉਹ ਗੱਲ ਕਹਿ ਰਿਹਾ ਤਾਂ ਜ਼ਿੰਮੇਵਾਰ ਹੈ ਉਸ ਪ੍ਰਤੀ, ਪਰ ਜਿਹੜੀ ਗੱਲ ਫੇਸਬੁੱਕ ਤੋਂ ਆਉਂਦੀ ਹੈ
ਹੁਣ ਖਾਤੇ ਪਤਾ ਨਹੀਂ ਕੌਣ ਆਪਰੇਟ ਕਰ ਰਿਹਾ ਕੌਣ ਨਹੀਂ ਕਰ ਰਿਹਾ। ਸੋ ਇਸ ਕਰਕੇ ਉਸ ਗੱਲ ਤੇ ਗਾਂਹ ਜਾ ਕੇ ਫਿਰ ਬਹੁਤ ਜ਼ਿਆਦਾ ਤੁਹਾਨੂੰ ਪਤਾ ਖਲਾਰਾ ਪੈ ਜਾਂਦਾ। ਤੇ ਇਹੀ ਚੱਕਰ ਹੈ ਕਿ ਕਈ ਵਾਰ ਫਿਰ ਮੀਡੀਆ ਦੇ ਵਿੱਚ ਕੰਟਰਡਿਕਸ਼ਨ ਪੈਦਾ ਹੁੰਦੀ ਹੈ ਕਿ ਉਹ ਇੱਕ ਖਬਰ ਪਹਿਲਾਂ ਕਿਸੇ ਹੋਰ ਲਿਹਾਜ਼ ਨਾਲ ਕਰਦੇ, ਜਦੋਂ ਗਾਂਹ ਜਾ ਕੇ ਗੱਲ ਦੂਜੀ ਨਿਕਲ ਆਉਂਦੀ ਹੈ ਤੇ ਫਿਰ ਗੱਲ ਗਾਂਹ ਜਾ ਕੇ ਕਿਸੇ ਹੋਰ ਪੱਖ ਤੋਂ ਕਰਨੀ ਪੈਂਦੀ ਹੈ। ਜੀ ਜੀ। ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ, ਤਾਂ 3 ਪੁਲਿਸ ਕਰਮਚਾਰੀਆਂ ਨੂੰ ਫਾਰਗ ਕਰ ਦਿੱਤਾ ਪੰਜਾਬ ਸਰਕਾਰ ਨੇ ਮਿੰਟੂ ਜੀ। ਹਾਂਜੀ ਦੇਖੋ, ਇਹਦੇ ਤੇ ਕੀ ਹੈ ਕਿ ਜੋ ਮਸਲਾ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੇ ਇੱਕ ਰਿਕਵਰੀ ਕੀਤੀ ਮੇਰੇ ਖਿਆਲ ਦੇ ਨਾਲ ਪਾਇਆ 5 ਲੱਖ ਰੁਪਇਆ ਡਰੱਗ ਮਨੀ ਦਾ ਤੇ 1 ਕਿਲੋ ਹੈਰੋਇਨ ਪਾ ਦਿੱਤੀ। ਤਾਂ ਬੜਾ ਦਿਲਚਸਪ ਹੈ ਮਾਮਲਾ, ਸੁਣਨ ਵਾਲਾ ਹੈ ਕਿ ਉਸ ਤੋਂ ਬਾਅਦ ਫਿਰ ਜਿਹੜੇ ਪਰਿਵਾਰ ਵਾਲੇ ਸੀਗੇ ਜਾਂ ਉਹਨਾਂ ਦੇ ਮਤਲਬ ਕਿ ਜਿਹੜੀ ਪੈਰਵਾਈ ਕਰਨ ਵਾਲੇ, ਤੇ ਉਹਨਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਕਿ ਜਨਾਬ ਇਹ ਮਾਮਲਾ ਥੋੜਾ ਜਿਹਾ ਗਲਤ ਹੋ ਗਿਆ। ਫਿਰ ਇਨਕੁਆਰੀ ਲੱਗੀ, ਦੱਸਦੇ ਆ ਤਾਂ ਇਨਕੁਆਰੀ ਦੇ ਵਿੱਚ ਇੱਕ ਨਵਾਂ ਸੱਚ ਸਾਹਮਣੇ ਆਇਆ। ਦੋਸ਼ ਇਹ ਲੱਗੇ ਕਿ ਦਰਅਸਲ ਰੁਪਈਆ 86 ਲੱਖ ਸੀਗਾ। 86 ਲੱਖ ਰੁਪਈਆ, 86 ਲੱਖ ਚੋਂ 81 ਲੱਖ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ ਸ਼ਿਕਾਇਤ ਅਨੁਸਾਰ। 5 ਲੱਖ ਰੁਪਈਆ ਉਹ ਕਹਿੰਦੇ ਆ ਕਿ ਪਹੁੰਚਾਉਣ ਵਾਸਤੇ ਇਸ ਸਾਰੇ ਪੈਸੇ ਨੂੰ ਉਹ ਡਰੱਗ ਮਨੀ ਦਾ ਪਾ ਕੇ ਤੇ ਨਾਲ ਡਰੱਗ ਦਾ ਕੇਸ ਪਾ ਦਿੰਦੇ। ਤਾਂ ਇਹ ਮਾਮਲਾ ਹੈ, ਮਤਲਬ ਕਿ ਅੱਗੇ ਆਪਾਂ ਦੇਖਦੇ ਆਏ ਆ ਕੋਈ 20-50 ਹਜ਼ਾਰ ਦੀ, ਕੋਈ ਲੱਖ 2 ਲੱਖ ਦੀ, ਕੋਈ 10 ਲੱਖ 15 ਲੱਖ ਦੀ ਗੇਮ ਤਾਂ ਸੁਣੀ ਸੀ। ਆ ਪਹਿਲਾ ਮੌਕਾ ਹੈ ਮੇਰੇ ਖਿਆਲ ਦੇ ਨਾਲ। ਜਾਂ ਇੱਕ ਵਾਰੀ ਤੁਹਾਨੂੰ ਯਾਦ ਹੋਏਗਾ ਕਿ ਇੱਕ ਪਾਦਰੀ ਦੇ ਪੈਸਿਆਂ ਦਾ ਰੌਲਾ ਪੈ ਗਿਆ ਸੀ, ਬਹੁਤ ਜ਼ਿਆਦਾ ਰੌਲਾ ਪਿਆ ਸੀਗਾ। ਉਦੋਂ ਵੀ ਪੁਲਿਸ ਤੇ ਕਈ ਕਿਸਮ ਦੇ ਦੋਸ਼ ਲੱਗੇ ਸਨ, ਹਾਲਾਂਕਿ ਉਹ ਬਾਅਦ ਦੇ ਵਿੱਚ ਕੀ ਬਣਿਆ ਕੀ ਨਹੀਂ ਬਣਿਆ। ਇੱਕ ਕਾਫੀ ਰਿਕਵਰੀ ਵੱਡੀ ਸੀਗੀ ਪੈਸਿਆਂ ਵਾਲੀ, ਨਕਦੀ ਸੀਗੀ, ਤਾਂ ਉਸ ਤੋਂ ਬਾਅਦ ਉਹ ਮਾਮਲਾ ਠੰਡਾ ਹੀ ਹੋ ਗਿਆ। ਪਰ ਇਹ ਇਸ ਕਰਕੇ ਬਹੁਤ ਵੱਡੀ ਰਕਮ ਬਣ ਜਾਂਦੀ ਹੈ ਕਿ ਸ਼ਿਕਾਇਤ ਕਰਤਾ ਇਹ ਕਹਿ ਰਹੇ ਆ ਕਿ 86 ਲੱਖ ਰੁਪਈਆ ਸੀਗਾ, ਜਿਹਨੂੰ ਹੜੱਪਣ ਵਾਸਤੇ ਇਹਨਾਂ ਨੇ 5 ਲੱਖ ਡਰੱਗ ਮਨੀ ਦੇ ਤੌਰ ਤੇ ਰਿਕਵਰ ਦਿਖਾ ਦਿੱਤਾ, ਨਾਲ ਇਹਨਾਂ ਨੇ ਇੱਕ ਫਾਲਸ ਕੇਸ ਦਰਜ ਕਰ ਦਿੱਤਾ। ਤਾਂ ਫਿਰ ਜਿਹੜੇ ਇਹਨਾਂ ਦੇ ਉੱਚ ਅਧਿਕਾਰੀ ਆ ਉਹਨਾਂ ਨੇ ਮਾੜੀ ਮੋਟੀ ਕੋਈ ਕੀਤੀ ਹੋਣੀ ਜਾਂਚ ਪੜਤਾਲ, ਜਿਹਦੇ ਵਿੱਚ ਇਹ ਸਾਰਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ। ਤਾਂ ਅੰਦਾਜ਼ਾ ਲਾ ਲਓ ਕਿ ਜੇ ਆ ਕਰਪਸ਼ਨ ਹੈਲਪਲਾਈਨ ਹੈ ਜੀ, ਆ ਫਲਾਣੀ ਹੈ ਢਮਕਾਣੀ ਹੈ, ਇਸ ਦੌਰ ਦੇ ਵਿੱਚ ਵੀ ਇਹ ਸਾਰਾ ਕੁਝ ਚੱਲ ਰਿਹਾ, ਕਿਉਂਕਿ ਤੀਜਾ ਚੌਥਾ ਮਾਮਲਾ ਹੈ ਜਿਹਦੇ ਵਿੱਚ ਪੁਲਿਸ ਵਾਲਿਆਂ ਤੇ ਬਹੁਤ ਵੱਡੇ ਦੋਸ਼ ਲੱਗੇ ਆ, ਪੈਸੇ ਲੈ ਕੇ ਬੰਦੇ ਛੱਡਣ ਦੇ ਜਾਂ ਫਿਰ ਇਹੋ ਜਿਹਾ ਕੰਮ ਕਰਨ ਦੇ। ਇਹ ਵੈਸੇ ਪਹਿਲੀ ਵਾਰੀ ਨਹੀਂ ਹੋਇਆ, ਬਹੁਤ ਵਾਰੀ ਪੁਲਿਸ ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ। ਤੇ ਇਸ ਸਾਰੀ ਚੀਜ਼ ਨੂੰ ਹੁਣ ਜੇ ਆਪਾਂ ਦੇਖੀਏ ਪੜਚੋਲੀਏ ਤੇ ਇਉਂ ਹੀ ਲੱਗਦਾ ਕਿ ਬਹੁਤ ਹੱਦ ਤੱਕ ਸੰਭਵ ਹੈ। ਨਾ ਤਾਂ ਡਰੱਗ ਦੇ ਨੈਕਸਸ ਇਸ ਤਰ੍ਹਾਂ ਜਿਹੜੇ ਆ ਉਹ ਖਤਮ ਕਰਨੇ ਸੌਖੇ ਆ, ਨਾ ਹੀ ਕਰਪਸ਼ਨ ਕਰਨੀ ਮਤਲਬ ਕਿ ਕਿਤੇ ਸੰਭਵ ਲੱਗਦੀ ਹੈ ਕਿ ਭਾਈ ਇਹ ਝਟਕੇ ਦੇ ਵਿੱਚ ਕਰਪਸ਼ਨ ਜਿਹੜੀ ਬੰਦ ਹੋ ਜਾਊਗੀ। ਕਿਉਂਕਿ ਇਹ ਤਾਂ ਬੜੀਆਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੋਰ ਮੋਰੀਆਂ ਨੇ ਕਰਪਸ਼ਨ ਲੈਣ ਦੀਆਂ, ਰਿਸ਼ਵਤ ਲੈਣ ਦੀਆਂ, ਕਰਪਸ਼ਨ ਕਰਨ ਦੀਆਂ। ਸੋ ਇਹ ਜੋ ਕੁਝ ਚੱਲਦਾ ਪਿਆ ਇਹ ਤਾਂ ਹੈਰਾਨ ਕਰਨ ਵਾਲਾ ਹੈ। ਵੈਸੇ 5-10 ਲੱਖ ਦੀ ਗੇਮ ਸੁਣੀ ਸੀ, ਤਾਂ ਇਹ ਤਾਂ 85-86 ਲੱਖ ਰੁਪਏ ਦੀ ਗੇਮ ਹੈ। ਤਾਂ ਹੁਣ ਦੇਖੋ ਇਹਦੇ ਚ 3 ਬੰਦੇ ਜਿਹੜੇ ਇਹਨਾਂ ਨੇ ਆਪਣੇ ਮੁਲਾਜ਼ਮ ਫਾਰਗ ਕੀਤੇ ਆ, ਪਰ ਬਹੁਤ ਵੱਡੀ ਗੱਲ ਹੈ ਤੇ ਗੱਲ ਇਹ ਫਿਰੋਜ਼ਪੁਰ ਦੀ ਹੈ ਜੀ। ਅਗਲੀ ਖਬਰ ਵੱਲ ਵਧੀਏ ਤੇ ਗੱਲ ਕਰੀਏ ਮਿੰਟ ਜੀ ਮੁਹੱਲਾ ਕਲੀਨਿਕ ਦੀ। ਮੁਹੱਲਾ ਕਲੀਨਿਕ ਦੇ ਨਾਂ ਤੇ ਸਿਆਸੀ ਪੇਚੇ ਫਸ ਗਏ। ਦੇਖੋ ਮੁਹੱਲਾ ਕਲੀਨਿਕ ਦਾ ਜਿਹੜਾ ਮਸਲਾ ਹੈ, ਮੁਹੱਲਾ ਕਲੀਨਿਕ ਤੇ ਇਲਾਜ ਤੇ ਪਤਾ ਨਹੀਂ ਕਦੋਂ ਚਾਲੂ ਹੋਏਗਾ, ਪਰ ਇਸ ਵੇਲੇ ਵਿਵਾਦ ਚਾਲੂ ਹੈ। ਇਲਾਜ ਪਤਾ ਨਹੀਂ ਕਦੋਂ ਸ਼ੁਰੂ ਹੋਏਗਾ, ਪਰ ਵਿਵਾਦ ਸ਼ੁਰੂ ਹੋ ਚੁੱਕਾ ਹੈ। ਦਰਅਸਲ ਕੀ ਹੈ ਕਿ ਇਹਨਾਂ ਨੇ ਮੁਹੱਲਾ ਕਲੀਨਿਕ ਲਿਸ਼ਕਾ ਕੇ ਪੁਸ਼ਕਾ ਕੇ ਜਦੋਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਈਆਂ ਤੇ ਲੋਕੀ ਕਹਿੰਦੇ ਉੱਤੇ ਨਹੀਂ ਇੱਥੇ ਆ ਸੇਵਾ ਕੇਂਦਰ ਚੇਤਾ ਆ ਗਿਆ। ਤਾਂ ਫਿਰ ਇਹਨਾਂ ਨੇ ਵੀ ਕੱਢ ਕੇ ਲੈ ਆਂਦੀਆਂ, ਜਦੋਂ ਮਤਲਬ ਕਿ ਪਾਥੀਆਂ ਪਈਆਂ ਹੋਈਆਂ ਸੀਗੀਆਂ, ਕਹਿੰਦੇ ਆ ਤੁਹਾਡੇ ਵੇਲੇ ਆ ਸੀ ਤੇ ਸਾਡੇ ਵੇਲੇ ਇਹ ਆ। ਪਰ ਇਸੇ ਦਰਮਿਆਨ ਇੱਕ ਆਰਟੀਆਈ ਐਕਟਿਵਿਸਟ ਇੱਕ ਆਰਟੀਆਈ ਕੱਢ ਲਿਆਉਂਦੇ ਆ ਜਿਹਦੇ ਵਿੱਚ ਐਵਰੇਜ 20 ਲੱਖ ਰੁਪਇਆ ਖਰਚਾ ਹੈ। ਮਤਲਬ ਕਿ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਤਬਦੀਲ ਕਰਨ ਲਈ ਜਿਹੜਾ ਰੈਨੋਵੇਸ਼ਨ ਦਾ 20 ਲੱਖ ਰੁਪਇਆ ਪਿਆ। ਹੁਣ ਇਹਦੇ ਤੇ ਵੀ ਇੱਕ ਵਿਵਾਦ ਆ ਕਿ 20 ਲੱਖ ਰੁਪਇਆ, ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਿਹਣੇ ਦੇਣੇ ਸ਼ੁਰੂ ਹੋ ਗਏ ਨੇ ਜਿਹੜੇ ਰਾਜਾ ਵੜਿੰਗੇ। ਉਹ ਗੱਲ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ
ਬਣਾਉਂਦੇ ਆ, ਉਹ ਕਹਿੰਦੇ ਕਿ 5 ਲੀਟਰ ਪੇਂਟ, 2 ਪੇਂਟਰ ਤੇ ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ, ਬਸ ਬਣ ਗਿਆ ਮਹੱਲਾ ਕਲੀਨਿਕ। ਕਹਿੰਦੇ ਵੀ ਸਾਨੂੰ ਪੱਕਾ ਯਕੀਨ ਹੈ ਕਿ ਪੂਰੀ ਦੁਨੀਆ ਦੀਆਂ ਸਰਕਾਰਾਂ ਆਪ ਸਰਕਾਰ ਦੇ ਪੰਜਾਬ ਦੇ ਇਸ ਮਾਡਲ ਨੂੰ ਚਾਹੁੰਦੀਆਂ ਹੋਣਗੀਆਂ। ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਹੋਰਾਂ ਨੇ ਕਿਹਾ ਸੀਗਾ ਕਿ ਅਮਰੀਕਾ ਵੀ ਮੰਗ ਰਿਹਾ ਸਾਡੇ ਕੋਲ ਮਾਡਲ, ਹੁਣ ਦਿੰਦੇ ਆ ਕਿ ਨਹੀਂ ਦਿੰਦੇ ਉਹ ਪਤਾ ਨਹੀਂ ਹੈ, ਪਰ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਅਮਰੀਕਾ ਵੀ ਮੰਗ ਕਰ ਰਿਹਾ ਹੈ। ਤੇ ਮੈਂ ਕਿਹਾ ਹਾਂ ਗੱਲ ਜੇ ਕਿਤੇ 1-2 ਦਿਨ ਪਹਿਲਾਂ ਦੱਸ ਦਿੰਦੇ ਤੇ ਬੜਾ ਸੌਰਨਾ ਸੀਗਾ, ਕਿਉਂਕਿ ਸੰਨੀ ਦਿਓਲ ਇਲਾਜ ਵਾਸਤੇ ਇੱਥੇ ਗਿਆ ਹੋਇਆ ਅਮਰੀਕਾ, ਉਹ ਮੈਂਬਰ ਪਾਰਲੀਮੈਂਟ ਇੱਥੇ ਇਲਾਜ ਕਰਾ ਲੈਂਦਾ, ਦਿਨ ਤੇ ਹੁਣ ਵਿੱਚ ਕੁਝ ਵੀ ਨਹੀਂ ਸੀ ਰਹਿ ਗਏ, ਥੋੜਾ ਜਿਹਾ ਔਖਾ ਸੌਖਾ ਹੋ ਕੇ ਟਾਈਮ ਕੱਢ ਲੈਂਦਾ ਤੇ ਉਹਦਾ ਇਲਾਜ ਇੱਥੇ ਹੋ ਜਾਣਾ ਸੀਗਾ, ਕੀ ਲੋੜ ਸੀਗੀ ਉੱਧਰ ਜਾਣ ਦੀ। ਤਾਂ ਖੈਰ ਦੇਖੋ ਇਹਦੇ ਤੇ ਹੁਣ ਅਕਾਲੀ ਤੇ ਕਾਂਗਰਸੀ ਬਿਲਕੁਲ ਰਲ ਕੇ ਝਪਟ ਪਏ ਨੇ ਇਹਨਾਂ ਦੇ। ਰਲ ਕੇ ਤੋਂ ਭਾਵ ਕੀ ਹੈ ਕਿ ਇੱਕੋ ਰਾਏ ਹੈ ਉਹਨਾਂ ਦੀ ਇਸ ਬਾਬਤ ਕਿ ਤੁਸੀਂ ਆਪਣੀ ਮਸ਼ਹੂਰੀ ਕਰ ਰਹੇ ਹੋ, ਜਿਵੇਂ ਨਾ ਖਾਓ ਪੀਓ ਆਪਣਾ ਤੇ ਜਸ ਗਾਓ ਹਮਾਰਾ, ਮਤਲਬ ਕਿ ਤੁਸੀਂ ਆਪ ਕੁਛ ਨਹੀਂ ਕਰ ਰਹੇ, ਬਸ ਸਿਰਫ ਤੇ ਸਿਰਫ ਆਪਦੀ ਪਾਰਟੀ ਦੇ ਨਾਮ ਤੇ। ਆਮ ਆਦਮੀ ਮੁਹੱਲਾ ਕਲੀਨਿਕ ਹੈ ਨਾ ਪੂਰਾ ਨਾਮ ਉਹਦਾ ਹਜ਼ੂਰ, ਤਾਂ ਆਮ ਆਦਮੀ ਪਾਰਟੀ ਦੇ ਨਾਮ ਤੇ ਤੁਸੀਂ ਉਹਦਾ ਨਾਮ ਵੀ ਰੱਖ ਦਿੱਤਾ। ਤੇ ਇਹ ਇਸ ਤਰ੍ਹਾਂ ਇੱਕ ਦੂਜੇ ਨੂੰ ਸਿੱਠਣੀਆਂ ਦਿੱਤੀਆਂ ਜਾ ਰਹੀਆਂ, ਇੱਕ ਦੂਜੇ ਨੂੰ ਮਿਹਣੇ ਦਿੱਤੇ ਜਾ ਰਹੇ ਆ। ਪਰ ਹੁਣ ਇਹਦੇ ਵਿੱਚ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਵੇਖਣਾ ਹੋਏਗਾ ਕਿ ਕੀ ਸਾਰਾ ਇਨਫਰਾਸਟ੍ਰਕਚਰ ਜਿਹੜਾ ਉਹ ਮਿਲਾ ਕੇ, ਕਿਉਂਕਿ ਹੁਣ ਤਾਂ ਕਹਿ ਸਕਦੇ ਆ ਕਿ ਜੀ ਇਹਦੇ ਚਾਹ ਕਰਾਂਗੇ, ਇਹਦੇ ਚਾਹ ਕਰਾਂਗੇ, ਇਹਦੇ ਚਾਹ ਕਰਾਂਗੇ, ਕੀ ਉਹ ਇੰਨੀ ਰਕਮ ਦਾ ਬਣਦਾ? ਅੰਦਰ ਜਾਏ ਤੋਂ ਪਤਾ ਲੱਗੇਗਾ, ਜਦੋਂ ਕੰਮਕਾਰ ਸ਼ੁਰੂ ਹੋ ਗਿਆ ਉਦੋਂ ਪਤਾ ਲੱਗੇਗਾ। ਹਾਲੇ ਤੇ ਸਾਨੂੰ ਇਹ ਨਹੀਂ ਪਤਾ ਲੱਗਣ ਡਿਆ ਕਿ ਇਹਦੇ ਫੰਡ ਕਿਹਦੇ ਤੋਂ ਆਉਣੇ ਨੇ, ਕਿਉਂਕਿ ਸਾਡੇ ਸਿਹਤ ਮੰਤਰੀ ਵੀ ਅਣਜਾਣ ਆ। ਜਿੰਨਾ ਕੁ ਸੁਣਨ ਦੇ ਵਿੱਚ ਆਇਆ ਕਿ ਨੈਸ਼ਨਲ ਹੈਲਥ ਮਿਸ਼ਨ ਤੋਂ ਆਉਣਗੇ, ਯਾਨੀ ਕੇਂਦਰ ਸਰਕਾਰ ਵਾਲੇ ਜਿਹੜੇ ਹੈ ਹੈਲਥ ਮਿਸ਼ਨ ਵਾਸਤੇ ਫੰਡ ਆਉਂਦੇ ਨੇ, ਇਸ ਬਜਟ ਦਾ ਜਿਹੜਾ ਸਾਰਾ ਹੈਗਾ ਸਾਲ ਉਹ ਉਹਦੇ 'ਚ ਹੀ ਵਰਤੇ ਜਾਣਗੇ। ਤਾਂ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸਿਹਤ ਮੰਤਰੀ ਨੂੰ, ਕਹਿੰਦੇ ਜੀ ਕਿ ਮੈਨੂੰ ਤਾਂ ਪਤਾ ਨਹੀਂਗਾ ਕਿ ਸੂਬੇ ਦੇ ਆਪਣੇ ਫੰਡ ਹੋਣਗੇ ਜਾਂ ਕੇਂਦਰ ਦੇ ਹੋਣਗੇ। ਇਸ ਕਰਕੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਖੂਬ ਇਹਦੇ ਤੇ ਪੇਚੇ ਪਏ ਹੋਏ ਨੇ, ਖੂਬ ਇੱਕ ਦੂਜੇ ਨੂੰ ਮਿਹਣੇ ਦਿੱਤੇ ਜਾ ਰਹੇ ਆ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਪਾਥੀਆਂ ਵਾਲੀ ਕੱਢ ਲਿਆਂਦੀ ਤਸਵੀਰ ਕਿ ਤੁਹਾਡੇ ਵੇਲੇ ਸੇਵਾ ਕੇਂਦਰਾਂ ਦੇ ਇਹ ਹਾਲ ਸੀਗਾ, ਜਨਤਾ ਦੇ ਪੈਸੇ ਨਾਲ ਆ ਬਣੇ ਸੀਗੇ ਸੇਵਾ ਕੇਂਦਰ, ਇਹਨਾਂ ਨੂੰ ਜੇ ਹੁਣ ਜਨਤਾ ਦੀ ਸੇਵਾ ਵਾਸਤੇ ਤਿਆਰ ਕਰ ਲਿਆ ਤੇ ਕੀ ਆਖਰ ਆ ਜਾਊਗੀ। ਪਰ ਮੇਰੇ ਖਿਆਲ ਦੇ ਨਾਲ ਦੇਖਣਾ ਇਹ ਹੋਏਗਾ ਕਿ ਜਿਹੜਾ ਇੰਨਾ ਪੈਸਾ ਲੱਗਿਆ 20 ਲੱਖ ਰੁਪਈਆ, ਹੁਣ ਪਤਾ ਨਹੀਂ ਕਾਹਦੇ ਤੇ ਲੱਗਾ, ਕਿਤੇ ਸਿਆਸਤ ਹੈ ਨਾ, ਉਹਨਾਂ ਨੇ ਉਹਨਾਂ ਤੇ ਦੋਸ਼ ਲਾਉਣੇ, ਉਹਨਾਂ ਨੇ ਉਹਨਾਂ ਤੇ ਦੋਸ਼ ਲਾਉਣੇ ਆ, ਪਰ ਉਹਦੇ 'ਚ ਕੀ ਦਿੰਦੇ ਆ ਇਹ ਵੇਖਣ ਵਾਲੀ ਗੱਲ ਹੋਏਗੀ। ਕਿਉਂਕਿ ਡਾਕਟਰ ਤੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਿਰਾਏ ਤੇ ਹੀ ਰੱਖਣੇ ਆ। ਕਿਰਾਏ ਤੋਂ ਭਾਵ ਕੀ ਹੈ ਕਿ ਪਰ ਮਰੀਜ਼ ਦੇ ਹਿਸਾਬ ਦੇ ਨਾਲ ਇਹਨਾਂ ਨੇ ਡਾਕਟਰ ਨੂੰ 50 ਦੇਣੇ ਆ, ਫਾਰਮਾਸਿਸਟ ਨੂੰ 25 ਦੇਣੇ ਆ, ਤੇ ਮੇਰੇ ਖਿਆਲ ਦੇ ਨਾਲ ਜਿਹੜਾ ਤੀਸਰਾ ਹੋਏਗਾ ਹੈਲਪਰ ਉਹਨੂੰ 12-13 ਰੁਪਈਏ ਦੇਣੇ ਨੇ। ਤਾਂ ਇਹ ਪੈਸਾ ਕਿਹੜੇ ਇਨਫਰਾਸਟ੍ਰਕਚਰ ਤੇ ਲੱਗਦਾ ਉਹਦਾ ਇੰਤਜ਼ਾਰ ਰਹੇਗਾ। ਹਾਲ ਦੀ ਘੜੀ ਤਾਂ ਮਿਹਣਿਆਂ ਦਾ ਨਜ਼ਾਰਾ ਹੀ ਹੈ, ਉਹ ਜਿੰਨਾ ਮਰਜ਼ੀ ਲਈ ਚਲੋ ਜੀ। ਸੰਗਤ ਸਿੰਘ ਗਿੱਲ ਜੀਆਂ ਨੂੰ ਇੱਕ ਵਾਰੀ ਫਿਰ ਰਾਹਤ ਮਿਲ ਗਈ ਹੈ ਮਿੰਟੂ ਜੀ। ਹਾਂਜੀ ਦੇਖੋ 25 ਜੁਲਾਈ ਤੱਕ ਰੋਕ ਲੱਗ ਗਈ ਹੈ, ਸਟੇ ਹੋ ਗਿਆ, ਤਾਂ ਇਹ ਇੰਟਰਮ ਬੇਲ ਹੀ ਹੈ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਜਿਹੜੀ ਦਿੱਤੀ ਗਈ ਸੀਗੀ ਇੰਟਰਮ ਬੇਲ 25 ਜੁਲਾਈ ਤੱਕ, ਤੇ ਉਹਨੂੰ ਵਧਾ ਕੇ ਹੁਣ ਇਹਨੂੰ ਕਰ ਦਿੱਤਾ ਅੱਗੇ 2 ਹਫ਼ਤਿਆਂ ਲਈ। ਇਹ ਹੁਣ ਅੱਗੇ ਵੀ ਵੱਧਦੀ ਹੈ ਕਿ ਨਹੀਂ ਵੱਧਦੀ, ਐਕਸਟੈਂਸ਼ਨ ਹੋ ਜਾਂਦੀ ਹੈ ਨਾ ਕਈ ਮਰਤਬਾ, ਪਰ ਅੱਗੇ ਜਾ ਕੇ ਕੀ ਬਣੇਗਾ ਕੀ ਨਹੀਂ ਬਣੇਗਾ ਕੁਛ ਨਹੀਂ ਕਿਹਾ ਜਾ ਸਕਦਾ। ਪਰ 2 ਹਫ਼ਤੇ ਕਾਫੀ ਵੱਡੀ ਰਾਹਤ ਆ, ਕਿਉਂਕਿ ਸੰਗਤ ਸਿੰਘ ਗਿੱਲ ਜੀਆਂ ਦੇ ਭਤੀਜੇ ਵਾਲਾ ਕੇਸ ਵੀ ਜਿਹੜਾ ਉਹ ਕੋਈ ਏਦਾਂ ਨਹੀਂ ਮਾਮੂਲੀ ਜਿਹਾ ਕੇਸ ਨਹੀਂ ਜਾਪਦਾ, ਉਹਦੇ ਤੇ ਵੀ ਕਾਫੀ ਦੋਸ਼ ਲੱਗ ਰਹੇ ਆ ਜਿੰਨੀ ਕੁ ਮੀਡੀਆ 'ਚ ਕਵਰੇਜ ਹੋਈ ਆ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕਦੋਂ ਤੱਕ ਇੰਟਰਮ ਰਾਹਤ ਜਿਹੜੀ ਹੈ ਉਹ ਮਿਲਦੀ ਹੈ। ਤੇ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਹਾਨੂੰ ਮਿਲ ਹੀ ਜਾਣੀ ਇੰਟਰਮ ਰਾਹਤ ਲੈ ਕੇ ਤੁਸੀਂ ਤੁਰੇ ਚੱਲੋਗੇ, ਇੱਕ ਨਾ ਇੱਕ ਦਿਨ ਤਾਂ ਉਹਦਾ ਨਿਬੇੜਾ ਹੋਣਾ ਹੀ ਆ। ਹੁਣ ਸੰਗਤ ਸਿੰਘ ਗਿੱਲ ਜੀਆਂ ਕਿੰਨਾ ਕੁ ਚਿਰ ਇਸ ਮਾਮਲੇ ਤੋਂ ਬਚਦੇ ਆ ਇਹ ਵੇਖਣਾ ਹੋਏਗਾ, ਕਿਉਂਕਿ ਗ੍ਰਿਫਤਾਰੀ ਦੀ ਤਲਵਾਰ ਤੇ ਵੇਖੋ ਲਟਕੀ ਹੋਈ ਆ। ਕਿਉਂਕਿ ਜੇ ਸਰਕਾਰ ਇਹ ਦੋਸ਼ ਲਾਉਂਦੀ ਹੈ ਜਾਂ ਕੋਈ ਏਜੰਸੀ ਇਹ ਦੋਸ਼ ਲਾਉਂਦੀ ਆ ਕਿ ਫਲਾਣੇ ਸਾਬਕਾ ਵਜ਼ੀਰ ਦਾ ਭਤੀਜਾ ਆ ਕੰਮ ਕਰਦਾ ਆ, ਤਾਂ ਇਹਦਾ ਮਤਲਬ ਤੇ ਇਹੋ ਹੀ ਆ ਨਾ ਕਿ ਉਹ ਬੰਦਾ ਇਹਦੀ ਸ਼ਹਿ ਨਾਲ ਹੀ ਕਿਤੇ ਕਰ ਰਿਹਾ। ਅੱਜ ਕੱਲ ਇੱਕ ਚੀਜ਼ ਹੋਰ ਵੀ ਤੁਹਾਨੂੰ ਦੱਸ ਦੇਵਾਂ ਕਿ ਮਸਲਾ ਜਿਹੜਾ ਉਹ ਕੁਝ ਇਸ ਕਿਸਮ ਦਾ ਬਣਿਆ ਪਿਆ ਕਿ ਜਿਵੇਂ ਹੁਣ ਅੱਗੇ ਕੀ ਹੁੰਦਾ ਸੀਗਾ ਕਿ ਜਿਹਦੇ ਕੋਲੋਂ ਨਸ਼ਾ ਫੜਿਆ ਜਾਂਦਾ ਸੀਗਾ ਤਾਂ ਉਸੇ ਤੇ ਹੀ ਕੇਸ ਪਾਇਆ ਜਾਂਦਾ ਸੀਗਾ। ਅੱਜ ਕੱਲ ਕੀ ਕਰਦੇ ਪਏ ਆ, ਬੜੀ ਸਖਤੀ ਕੀਤੀ ਹੋਈ ਆ ਪੁਲਿਸ ਨੇ। ਸਖਤੀ ਇਹ ਕੀਤੀ ਆ ਕਿ ਜੇ ਮੰਨ ਲਓ ਕੋਈ ਬੰਦਾ ਪਾਸੇ ਖੜ ਕੇ ਪਾਸੇ ਬੈਠ ਕੇ ਵਕਾਈ ਜਾ ਰਿਹਾ ਹੈ, ਉਹਦਾ ਕਰਿੰਦਾ ਗਾਂ ਫੜਿਆ ਜਾਂਦਾ ਹੈ।
ਤਾਂ ਉਹਨੂੰ ਵੀ ਵਲੇਟ ਦਿੱਤਾ ਜਾਂਦਾ। ਇਹ ਸੇਮ ਪੈਟਰਨ ਇੱਥੇ ਵੀ ਲਾਗੂ ਆ। ਤੇ ਇਹ ਨਹੀਂ ਹੈ ਕਿ ਕੋਈ ਬੈਠਾ ਸੱਤਾ ਦੇ ਕੇਂਦਰ ਦੇ ਵਿੱਚ ਵਜ਼ੀਰ ਇਹ ਆਖੂਗਾ ਜੀ ਮੈਨੂੰ ਨਹੀਂ ਪਤਾ ਹੈਗਾ ਕਿ ਮੇਰਾ ਭਤੀਜਾ ਕੀ ਕਰੀ ਜਾਂਦਾ, ਮੇਰਾ ਭਾਣਜਾ ਕੀ ਕਰੀ ਜਾਂਦਾ ਹੈ। ਇੱਥੇ ਹੁਣ ਇਦਾਂ ਦਾ ਇਹ ਵਲੇਟਾ ਮਾਰ ਰਹੇ ਆ ਕਿ ਬਾਈ ਜੇ ਹੋ ਰਿਹਾ ਸੀਗਾ ਤਾਂ ਸਾਰਾ ਕੁਝ ਤੁਹਾਡੇ ਥਰੂ ਹੋ ਰਿਹਾ ਸੀਗਾ ਜਾਂ ਤੁਹਾਡੇ ਨਾਲ ਰਲ ਮਿਲ ਕੇ ਹੋ ਰਿਹਾ ਸੀਗਾ। ਇਸ ਕਰਕੇ ਇਹ ਸਮੱਸਿਆ ਜਿਹੜੀ ਆ ਰਹੇਗੀ, ਕਿਉਂਕਿ ਸਾਧੂ ਸਿੰਘ ਧਰਮਸੋਤ ਵੀ ਤੁਸੀਂ ਦੇਖਿਆ ਹੋਣਾ ਇਹੀ ਕਹਿੰਦੇ ਰਹੇ ਸੀਗੇ ਜਿੰਨੇ ਵੀ ਇਲਜ਼ਾਮ ਲੱਗੇ ਕਿ ਮੈਨੂੰ ਨਹੀਂ ਪਤਾ ਜੀ, ਇਹ ਤਾਂ ਅਫਸਰਾਂ ਨੂੰ ਪੁੱਛੋ, ਫਲਾਂ ਕਰੋ ਧਮਕਾਂ ਕਰੋ। ਤਾਂ ਹੁਣ ਸੰਗਤ ਸਿੰਘ ਗਿਲਜੀਆਂ ਨੂੰ ਦੇਖੋ ਜਿੰਨੀ ਮਰਜ਼ੀ ਰਾਹਤ ਮਿਲ ਜਾਵੇ ਪਰ ਪੁੱਛ ਗਿੱਛ ਚ ਤਾਂ ਉਹਨਾਂ ਨੂੰ ਸ਼ਾਮਲ ਹੋਣਾ ਹੀ ਪਏਗਾ। ਤਾਂ ਜੇ ਇਹਨਾਂ ਦੇ ਕੋਲ ਠੋਸ ਐਵੀਡੈਂਸ ਹੋਇਆ ਤੇ ਲੱਗਦਾ ਨਹੀਂ ਹੈ ਕਿ ਇਹ ਰਾਹਤ ਕੋਈ ਜ਼ਿਆਦਾ ਦੇਰ ਤੱਕ ਰਹੇਗੀ। ਬਾਕੀ ਇਹ ਜਿਹੜੀਆਂ ਬੇਲ ਹੁੰਦੀਆਂ ਨੇ, ਇੰਟਰਮ ਬੇਲ ਬੋਲ ਦਿੰਦੇ ਆ, ਡਿਫਾਲਟ ਬੇਲ ਬੋਲ ਦਿੰਦੇ ਆ, ਜਦੋਂ ਚਲਾਨ ਪੇਸ਼ ਨਹੀਂ ਹੁੰਦਾ, ਰੈਗੂਲਰ ਬੇਲ ਜਿਹੜੀ ਪੱਕੀ ਮਿਲ ਜਾਂਦੀ ਹੈ। ਇਸ ਤਰ੍ਹਾਂ ਇਹ ਇੱਕ ਤਰ੍ਹਾਂ ਨਾਲ ਐਂਟੀਸਪੇਟਰੀ ਬੇਲ ਹੁੰਦੀ ਹੈ, ਬਾਹਰ ਦੀ ਬਾਹਰ ਉਹ ਮਿਲ ਜਾਂਦੀ ਹੈ। ਤਾਂ ਇਹ ਜ਼ਮਾਨਤਾਂ ਹੁੰਦੀਆਂ ਨੇ 4 ਤਰ੍ਹਾਂ ਦੀਆਂ ਤੇ ਇਹ ਇੱਕ ਪ੍ਰੋਸੈਸ ਹੈ। ਕਿਸੇ ਵੀ ਕੇਸ ਦਾ ਇੱਕ ਪ੍ਰੋਸੈਸ ਆ। ਇਹਦੇ ਚ ਇਹ ਨਾ ਸਮਝ ਲਿਆ ਜਾਵੇ ਕਿ ਬਾਈ ਕੋਈ ਬੰਦਾ ਜਿਹੜਾ ਉਹ ਬਚੀ ਜਾ ਰਿਹਾ ਤੇ ਉਹਦੇ ਖਿਲਾਫ ਕੁਝ ਨਹੀਂ ਹੈਗਾ। ਹੋ ਸਕਦਾ ਇੱਕ ਵੇਲਾ ਇਦਾਂ ਦਾ ਆਵੇ ਜਦੋਂ ਇਹ ਜਿਵੇਂ ਮੈਂ ਕਹਿ ਰਿਹਾ ਕਿ 4 ਤਰ੍ਹਾਂ ਦੀ ਹੁੰਦੀ ਹੈ ਬੇਲ, ਤਾਂ ਉਹਦੇ ਵਿੱਚ ਇਹ ਇੰਟਰਮ ਬੇਲ ਵੀ ਇੱਕ ਪ੍ਰੋਸੀਜਰ ਦਾ ਹਿੱਸਾ, ਕਿਤੇ ਉਹ ਵੀ ਖਤਮ ਹੋ ਸਕਦੀ ਹੈ ਤਾਂ ਫਿਰ ਮੁੜ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ ਜਾਂ ਜੇਲ੍ਹ ਜੁਆਇਨ ਕਰੋ, ਕੁਝ ਵੀ ਹੋ ਸਕਦਾ ਅੱਗੇ। ਪੰਚਾਇਤ ਮੰਤਰੀ ਧਾਲੀਵਾਲ ਦੇ ਕਾਫਲੇ ਨੇ ਸਿਸਮਾ ਦੇ ਵਿੱਚੋਂ 125 ਏਕੜ ਜ਼ਮੀਨ ਦੇ ਵਿੱਚੋਂ ਨਜਾਇਜ਼ ਕਬਜ਼ਾ ਛੁਡਵਾਇਆ ਜੀ। ਇਹ ਸਿਸਮਾ ਫਾਰਮ ਦੇ ਘੇਰੇ ਹੀ ਰਹਿੰਦੇ ਨੇ। ਸ਼ੁਰੂਆਤ ਵੀ ਇਹਨਾਂ ਨੇ ਸਿਸਮਾ ਦੇ ਨੇੜੇ ਕੀਤੀ ਸੀਗੀ ਜੀ, ਬਾਅਦ ਦੇ ਵਿੱਚ ਉਹ ਉਧਰੋਂ ਮੇਰੇ ਖਿਆਲ ਦੇ ਨਾਲ ਨੋਟਿਸ ਵੀ ਆਇਆ ਸੀਗਾ ਇਹਨਾਂ ਨੂੰ। ਤਾਂ 125 ਕਿੱਲੇ ਜ਼ਮੀਨ ਸਿਸਮਾ ਦੇ ਲਾਗੇ, ਇਹ ਖਬਰ ਤੇ ਵੈਸੇ ਪਹਿਲਾਂ ਹੀ ਸੀਗੀ ਕਿ ਇਹ ਉੱਥੋਂ ਛਡਾਉਣਗੇ। ਵੈਸੇ ਅੱਜ ਇਹਨਾਂ ਨੇ ਇੱਕ ਹੋਰ ਵੀ ਮੇਰੇ ਖਿਆਲ ਦੇ ਨਾਲ ਪੀਸੀ ਦੇ ਵਿੱਚ ਜਾਣਕਾਰੀ ਦਿੱਤੀ ਆ ਕਿ ਜੋ ਜੰਮੂ ਕਟੜਾ ਐਕਸਪ੍ਰੈਸਵੇ ਆ ਉਹਦੇ ਵਿੱਚ ਜ਼ਮੀਨ ਦੇ ਮਾਲਕਾਂ ਵੱਲੋਂ ਸੰਬੰਧਿਤ ਅਧਿਕਾਰੀਆਂ ਦੀ ਮਿਲੀ ਭਗਤ ਦੇ ਨਾਲ ਸਿਆਸੀ ਸ਼ਹਿ ਤੇ ਵਾਹੀਯੋਗ ਜ਼ਮੀਨ ਨੂੰ ਕਾਰੋਬਾਰੀ ਯਾਨੀ ਕਮਰਸ਼ੀਅਲੀ ਦਿਖਾ ਕੇ ਤੇ ਮੋਟਾ ਚੂਨਾ ਲਾਇਆ ਜੀ। ਇੱਕ ਨਵਾਂ ਵੈਸੇ ਹਾਈਵੇ ਘੁਟਾਲਿਆਂ ਦਾ ਤਾਂ ਮੇਰੇ ਖਿਆਲ ਦੇ ਨਾਲ ਰਿਕਾਰਡ ਹੀ ਆ ਇੰਡੀਆ ਦੇ ਵਿੱਚ, ਔਰ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਹੁਸ਼ਿਆਰਪੁਰ ਆ ਗਿਆ, ਪਤਾ ਹੀ ਨਹੀਂ ਕਿਹੜਾ ਕੋਈ ਵੀ ਇਸ ਤਰ੍ਹਾਂ ਦਾ ਚੱਕ ਲੋ ਪ੍ਰੋਜੈਕਟ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਸੁਣਾਈ ਦੇਵੇਗੀ। ਇੱਕ ਤਾਂ ਐਸਡੀਐਮ ਤੇ ਦੋਸ਼ ਲੱਗ ਰਿਹਾ ਹੈ ਪੰਜਾਬ ਸਰਕਾਰ ਦੇ ਐਸਡੀਐਮ ਤੇ। ਵੈਸੇ ਤਾਂ ਐਸਡੀਐਮ ਅੱਗੇ ਵੀ ਇੱਕ ਵਾਰੀ ਘਿਰੇ ਨੇ। ਜਿਹੜੀ ਆ ਰਹੀ ਹੈ ਸੜਕ ਮੇਰੇ ਖਿਆਲ ਦੇ ਨਾਲ ਇਧਰੋਂ ਅੰਮ੍ਰਿਤਸਰ ਤੋਂ ਗੰਗਾਨਗਰ ਵਾਲੀ ਸਾਈਡ ਇੱਧਰ ਨੂੰ, ਤਾਂ ਉਹਦੇ ਵਿੱਚ ਮਤਲਬ ਕਿ ਗਲਤ ਤਰੀਕੇ ਦੇ ਨਾਲ ਜ਼ਮੀਨ ਜਿਹੜੀ ਹੈ ਉਹ ਵਿਖਾ ਕੇ ਆਪਣਿਆਂ ਨੂੰ ਲਾਹਾ ਦੇਣ ਦਾ ਦੋਸ਼ ਹੈ ਇੱਕ ਬੀਬੀ ਤੇ ਜੀ, ਅਫਸਰ ਬੀਬੀ ਤੇ। ਤਾਂ ਖੈਰ ਇਹ ਸਾਰਾ ਕੁਝ ਤਾਂ ਜਿਹੜਾ ਉਹ ਹੈਗਾ ਹੀ ਹੈਗਾ, ਇਹਦੇ 'ਚ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਦੋਸ਼ ਬੜੇ ਪੁਰਾਣੇ ਨੇ ਤੇ ਏਦਾਂ ਹੁੰਦਾ ਵੀ ਆ। ਦੂਜੇ ਪਾਸੇ ਜਿਹੜੀ 125 ਕਿੱਲੇ ਜ਼ਮੀਨ ਛੁਡਾਈ ਆ ਜਿਹਦੇ ਵਿੱਚ ਇਹਨਾਂ ਨੇ ਹੁਣ ਮਤਲਬ ਕਿ 13 ਕੁ ਬੰਦਿਆਂ ਦਾ ਜ਼ਿਕਰ ਕੀਤਾ ਕਿ 13 ਬੰਦਿਆਂ ਕੋਲ 125 ਕਿੱਲੇ ਜ਼ਮੀਨ ਸੀ। ਅੱਗੇ ਵੀ ਇਹੀ ਗੱਲ ਕੀਤੀ ਸੀ ਕਿਉਂਕਿ ਉਹ ਦਿਨ ਕਨਸੂਆ ਸੀਗੀਆਂ ਕਿ ਛਡਾ ਲਈ ਜਾਏਗੀ ਛਡਾ ਲਈ ਹੈ, ਪਰ ਅੱਜ ਇਹਨਾਂ ਨੇ ਅਫੀਸ਼ੀਅਲੀ ਕਹਿ ਦਿੱਤਾ ਕਿ 125 ਕਿੱਲੇ ਜ਼ਮੀਨ ਅਸਾਂ ਛੁਡਾ ਲਈ ਆ। 125 ਕਿੱਲੇ ਤੁਸੀਂ ਹੁਣ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਰੇਟ ਨੂੰ ਹੋਏਗੀ ਬਾਹਰਲੇ ਪਾਸੇ, ਜਿਹੜੀ ਮਤਲਬ ਕਿ ਕਹ ਲਓ ਕਿ ਰਣਮੀਕ ਜਗ੍ਹਾ ਜਿਹੜੀ ਤੇ ਜਿੱਥੇ ਹਰੇਕ ਬੰਦਾ ਜਾ ਕੇ ਵਸਣਾ ਚਾਹੁੰਦਾ ਹੈ, ਤਾਂ ਉਹ ਉੱਥੇ ਕੀ ਰੇਟ ਨੂੰ ਹੋਏਗੀ 125 ਕਿੱਲੇ। ਪਰ ਗੱਲ ਇਹ ਆ ਕਿ ਇਹ ਜਿਹੜੀ ਮੁਹਿੰਮ ਸੀਗੀ ਧਾਲੀਵਾਲ ਸਾਹਿਬ ਵਾਲੀ, ਇਹ ਥੋੜੀ ਜਿਹੀ ਹੁਣ ਫਿੱਕੀ ਜੀ ਪੈ ਗਈ ਆ, ਇਹਨੂੰ ਮਗਾਉਣ ਦੀ ਜ਼ਰੂਰਤ ਆ। ਔਰ ਸਭ ਤੋਂ ਵੱਡੀ ਗੱਲ ਕਿ ਦੇਖੋ ਇਹ ਕਹਿ ਤਾਂ ਦਿੰਦੇ ਨੇ ਕਿ ਸਿਆਸੀ ਰਸੂਖਦਾਰਾਂ ਦੀ ਸ਼ਹਿ ਤੇ ਫਲਾਂ ਟਮਕਾ, ਸਿਆਸੀ ਰਸੂਖਦਾਰਾਂ ਦੀ ਸ਼ਹਿ ਤੇ ਛੱਡੋ, ਤੁਸੀਂ ਕੁਲਦੀਪ ਸਿੰਘ ਟ੍ਰਿਬਿਊਨਲ ਵਾਲੀ ਰਿਪੋਰਟ ਚੱਕੋ, ਤੁਹਾਨੂੰ ਸਿਆਸੀ ਰਸੂਖਦਾਰ ਤੇ ਖੁਦ ਹੀ ਮਿਲ ਜਾਣੇ ਨੇ, ਸ਼ਹਿ ਵਾਲੇ ਨਹੀਂ, ਤੁਹਾਨੂੰ ਉਹਦੇ ਵਿੱਚ ਸਾਰੇ ਵੱਡੇ ਮਗਰਮੱਛ ਮਿਲ ਜਾਣੇ ਆ। ਕੀ ਪੁਲਿਸ ਵਾਲੇ ਕੀ ਪੋਲੀਟੀਸ਼ੀਅਨ ਸਾਰੇ ਹੀ ਚੱਕ ਲੋ ਤੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਹਾਂ ਭਾਈ ਕਿਹੜੇ ਕਿਹੜੇ ਜ਼ਮੀਨ ਨੱਪੀ ਬੈਠੇ ਆ। ਜ਼ਮੀਨ ਤੇ ਨੱਪਣ ਦਾ ਦੋਸ਼ ਇੱਥੋਂ ਤੱਕ ਕਿ ਇਹਨਾਂ ਦੇ ਇੱਕ ਰਾਜ ਸਭਾ ਦੇ ਮੈਂਬਰ ਤੇ ਵੀ ਲੱਗਦਾ ਹੈ ਜੀ, ਇੱਕ ਹੰਸਰਾਜ ਹੋਰਾਂ ਦੇ ਮੁੰਡੇ ਤੇ ਵੀ ਲੱਗਦਾ। ਤਾਂ ਗੱਲ ਇਹ ਆ ਕਿ ਉਹ ਤਾਂ ਬਥੇਰੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਰਸੂਖਦਾਰਾਂ ਦੀ ਸ਼ਾਇਦ ਏਦਾਂ ਹੋ ਗਿਆ ਜੀ, ਕਮਰਸ਼ੀਅਲੀ ਦਿਖਾ ਕੇ ਉਧਰੋਂ ਹੋ ਗਿਆ ਇੱਧਰੋਂ ਹੋ ਗਿਆ, ਤਾਂ ਰਸੂਖਦਾਰ ਕਾਹਤੋਂ ਛੱਡੇ ਜਾ ਰਹੇ ਆ? ਰਸੂਖਦਾਰ ਤੇ ਖੁਦ ਉਸ ਰਿਪੋਰਟ ਦੇ ਵਿੱਚ ਬੈਠੇ ਆ ਜ਼ਮੀਨ ਤੇ ਜੱਫਾ ਮਾਰ ਕੇ, ਉਹਨਾਂ ਤੋਂ ਵੀ ਛਡਾਓ ਜੀ।
ਪੰਜਾਬ ਸਰਕਾਰ ਨੇ ਵਿਜੇ ਸਾਂਪਲਾ ਦੇ ਦਾਅਵੇ ਤੇ ਹੁਣ ਜਵਾਬ ਦਿੱਤਾ ਮਿੰਟੂ ਜੀ। ਦੇਖੋ, ਵਿਜੇ ਸਾਂਪਲਾ ਹੋਰਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਦੇ ਵਿੱਚ ਦਾਅਵਾ ਕੀਤਾ ਸੀਗਾ ਕਿ 2 ਲੱਖ ਸਟੂਡੈਂਟ ਜਿਹੜਾ ਆ ਉਹ ਹਾਇਰ ਐਜੂਕੇਸ਼ਨ ਚੋਂ ਬਾਹਰ ਹੋ ਗਿਆ। ਤਾਂ ਹੁਣ ਪੰਜਾਬ ਸਰਕਾਰ ਨੇ ਜਿਹੜਾ ਉਹ ਅੰਕੜਿਆਂ ਦੇ ਲਿਹਾਜ਼ ਨਾਲ ਜਵਾਬ ਦਿੱਤਾ ਕਿ ਦੇਖੋ ਗੱਲ ਕੀ ਹੈ ਕਿ 21-22 ਦੇ ਵਿੱਚ ਜਿਹੜੇ ਲਾਭ ਲੈਣ ਵਾਲੇ ਰਜਿਸਟਰਡ ਵਿਦਿਆਰਥੀ ਸੀਗੇ ਉਹਨਾਂ ਤੇ 10% ਜ਼ਰੂਰ ਇੱਕ ਤਰ੍ਹਾਂ ਨਾਲ ਕਟੌਤੀ ਹੈ। ਬਾਕੀ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਵਿੱਚ ਕੋਈ ਸੱਚ ਨਹੀਂ ਹੈ ਜੀ, ਕੁਝ ਵੀ ਸੱਚ ਨਹੀਂ ਹੈ। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਤਲਬ ਕਿ ਇੱਕ ਵਾਰੀ ਲੱਖ ਘਟਿਆ, ਫਿਰ 1.25 ਲੱਖ ਘਟਿਆ ਤੇ ਇਹਦਾ ਅਰਥ ਇਹ ਹੋਇਆ ਕਿ 2.25 ਲੱਖ ਸਟੂਡੈਂਟ ਘਟ ਗਿਆ। ਉਹ ਕਹਿੰਦੇ ਕਿ ਐਸਾ ਕੁਝ ਨਹੀਂ ਹੈ। ਜੋ ਉਹਨਾਂ ਨੇ ਅੰਕੜੇ ਦਿੱਤੇ ਆ, ਉਹਨਾਂ ਨੇ ਕਿਹਾ ਕਿ 21-22 ਦੀ ਜਿਹੜੀ ਸੰਖਿਆ 1,95,000 ਸੀ, ਉਹ 2020 ਤੇ 21 ਦੇ ਵਿੱਚ ਯਾਨੀ 2020-21 ਦੇ ਵਿੱਚ 1,76,000 ਸੀ। 19-20 ਦੇ ਵਿੱਚ ਇਹ ਹੈਗੀ ਸੀ 2,04,000 ਤੇ 18-19 ਚ ਸੀ ਇਹ 2,30,000। ਮਤਲਬ ਕਿ 18-19 ਨੂੰ ਬੇਸ ਈਅਰ ਮੰਨ ਲਓ ਤਾਂ ਫਿਰ 21-22 ਤੱਕ ਆਉਂਦੇ ਉਹ ਕਹਿੰਦੇ ਕਿ ਕੋਈ ਖਾਸ ਫਰਕ ਨਹੀਂ। 2,30,000 ਤੋਂ ਜੇ 21-22 ਨੂੰ ਵੀ ਵੇਖੀਏ ਤਾਂ 1,95,000 ਸਾਡੇ ਕੋਲ ਹਾਲੇ ਵੀ ਲਾਭਪਾਤਰੀ ਸਟੂਡੈਂਟ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੁੱਖ ਤੌਰ ਤੇ ਰੌਲਾ ਇਸੇ ਗੱਲੋਂ ਪਿਆ ਸੀਗਾ ਕਿ ਵਿਜੇ ਸਾਂਪਲਾ ਹੋਰਾਂ ਨੇ ਆਫੀਸ਼ੀਅਲੀ ਇਹ ਬਿਆਨ ਦੱਸ ਦਿੱਤਾ ਸੀਗਾ ਕਿ 2 ਲੱਖ ਸਟੂਡੈਂਟ ਪ੍ਰਭਾਵਿਤ ਹੋਇਆ। ਇਹਦੇ ਤੇ ਕਾਫੀ ਹਾ ਹੱਲਾ ਮਚਿਆ, ਮੀਡੀਆ ਨੇ ਬੜੇ ਸਵਾਲ ਕੀਤੇ ਸੀਗੇ। ਤਾਂ ਹੁਣ ਇਹਨਾਂ ਨੂੰ ਆਪਣੇ ਅੰਕੜੇ ਜਾਰੀ ਕਰਨੇ ਪਏ ਨੇ। ਤਾਂ ਦੂਸਰੇ ਪਾਸੇ ਹੁਣ ਦੇਖੋ ਮਸਲਾ ਤੇ ਇਹ ਆ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਵਿਜੇ ਸਾਂਪਲਾ ਨੇ, ਉਸ ਗੱਲ ਦਾ ਜਵਾਬ ਇਧਰੋਂ ਵੀ ਟੋਪੀ ਪਾ ਕੇ ਦਿੱਤਾ ਗਿਆ ਹੈ। ਕਿਉਂਕਿ ਉਹ ਕਹਿੰਦੇ ਆ ਕਿ 2,000 ਕਰੋੜ ਰੁਪਈਆ ਜਿਹੜਾ ਹੈ ਉਹਦਾ ਭੁਗਤਾਨ ਅੱਗੇ ਨਹੀਂ ਹੋਇਆ ਕਾਲਜਾਂ ਨੂੰ ਜਾਂ ਸਟੂਡੈਂਟਸ ਨੂੰ, ਉਹਦਾ ਫਾਇਦਾ ਨਹੀਂ ਹੋਇਆ, ਜਦ ਕਿ ਕੇਂਦਰ ਨੇ ਸਾਰੇ ਪੈਸੇ ਦਿੱਤੇ ਹੋਏ ਨੇ। ਉਹਨਾਂ ਦਾ ਮੁੱਖ ਦੋਸ਼ ਇਹ ਆ, ਚਲੋ ਸਟੂਡੈਂਟ ਵਾਲੇ ਅੰਕੜੇ ਇਹਨਾਂ ਨੇ ਦਿੱਤੇ ਨੇ ਤਾਂ ਬਹੁਤ ਵਧੀਆ ਗੱਲ ਹੈ, ਜਿਹਦੇ ਨਾਲ ਗੱਲ ਕਲੀਅਰ ਹੋ ਗਈ। ਕਿਉਂਕਿ 2 ਲੱਖ ਸਟੂਡੈਂਟ ਜਿਹੜਾ ਗਰੀਬ ਪਰਿਵਾਰ ਦਾ ਜੇ ਉਹ ਹਾਇਰ ਐਜੂਕੇਸ਼ਨ ਚੋਂ ਬਾਹਰ ਹੋ ਜਾਂਦਾ ਹੈ ਜਾਂ ਕਹ ਲਓ ਕਿ ਉਹ ਕਾਲਜਾਂ ਦੇ ਵਿੱਚੋਂ ਪਾਸੇ ਹੋ ਜਾਂਦਾ ਤੇ ਬਹੁਤ ਵੱਡਾ ਝਟਕਾ ਹੁੰਦਾ ਕਿਸੇ ਵੀ ਵਰਗ ਵਾਸਤੇ, ਕਿਸੇ ਵੀ ਸੁਸਾਇਟੀ ਵਾਸਤੇ। ਚਲੋ ਠੀਕ ਹੈ, ਇਹਨਾਂ ਨੇ ਅੰਕੜੇ ਉਹਨਾਂ ਦੇ ਦਰੁਸਤ ਕਰ ਦਿੱਤੇ, ਜਵਾਬ ਦੇ ਦਿੱਤਾ, ਉਹ ਵਧੀਆ। ਪਰੰਤੂ ਸਭ ਤੋਂ ਵੱਡੀ ਗੱਲ ਹੈ ਕਿ ਨਾਲ ਜਿਹੜਾ ਉਹਨਾਂ ਨੇ ਵੱਡਾ ਦੋਸ਼ ਲਾਇਆ ਸੀਗਾ ਕਿ ਕੇਂਦਰ ਨੇ ਸਾਰੀ ਫੰਡਿੰਗ ਜਾਰੀ ਕੀਤੀ ਹੋਈ ਆ ਪਰ ਉਹ ਜੋ ਬੈਨੀਫਿਸ਼ਰੀਜ਼ ਨੇ ਉਹਨਾਂ ਤੱਕ ਨਹੀਂ ਪਹੁੰਚੀ। ਮਤਲਬ ਕਿ ਚਾਹੇ ਉਹ ਕਾਲਜ ਹੋਣ, ਕਿਉਂਕਿ ਹੁੰਦਾ ਕੀ ਸੀਗਾ ਕਿ ਪਹਿਲਾਂ ਕਾਲਜਾਂ ਨੂੰ ਜਾਂਦੀ ਸੀ ਰਾਸ਼ੀ, ਬਾਅਦ ਦੇ ਵਿੱਚ ਫਿਰ ਇਹ ਪੈਸਾ ਜਿਹੜਾ ਸੀ ਉਹ ਡਾਇਰੈਕਟਲੀ ਮੇਰੇ ਖਿਆਲ ਦੇ ਨਾਲ ਖਾਤਿਆਂ ਚ ਆਉਣਾ ਸਟਾਰਟ ਹੋ ਗਿਆ। ਯੋਜਨਾ ਕੁਛ ਥੋੜੀ ਜਿਹੀ ਸਕੀਮ ਥੋੜੀ ਜਿਹੀ ਬਦਲ ਦਿੱਤੀ ਸੀ ਇਹਨਾਂ ਨੇ। ਪਰ ਵੱਡਾ ਸਵਾਲ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਉਸ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਕੀ ਵਾਕਿਆ ਇਸ ਤਰ੍ਹਾਂ ਹੋਇਆ, ਕਿਉਂਕਿ ਇਹਨਾਂ ਤੇ ਤਾਂ ਦੋਸ਼ ਹੈ ਨਹੀਂਗਾ ਕੋਈ। ਇਹਨਾਂ ਦੇ ਰਾਜ ਦੇ ਵਿੱਚ ਤਾਂ ਹਲੇ 3-4 ਮਹੀਨੇ ਹੋਏ ਨੇ। ਜੋ ਪੈਸਾ ਪਿਛਲੇ ਸਾਲਾਂ ਦਾ ਆਇਆ ਹੈ ਉਹ ਜੇ ਨਹੀਂ ਅੱਗੇ ਗਿਆ ਤਾਂ ਉਹਦੇ ਤੇ ਜਵਾਬ ਦੇ ਦੇਣ ਕਿ ਉਹ ਪੈਸਾ ਵਾਕਿਆ ਭਾਈ ਨਹੀਂ ਵੰਡਿਆ ਗਿਆ, ਤੇ ਜੇ ਉਹ ਵੀ ਝੂਠ ਆ ਤੇ ਠੋਕ ਕੇ ਕਹਿ ਦੇਣ ਕਿ ਉਹ ਵੀ ਝੂਠ ਆ ਜੀ। ਨਿਯੁਕਤੀਆਂ ਤੇ ਭਰਤੀਆਂ ਦੇ ਨਾਂ ਤੇ ਕਰੋੜਾਂ ਦੀ ਠੱਗੀ ਕਰਨ ਵਾਲਾ ਗਰੋਹ ਕਾਬੂ ਕੀਤਾ। ਹਾਂਜੀ, ਦੇਖੋ ਇਹ ਗੈਂਗ ਜਿਹੜਾ ਇਹਨਾਂ ਨੇ ਫੜਿਆ, 4 ਬੰਦੇ ਅਰੈਸਟ ਹੋਏ ਨੇ। ਉਹਦੇ ਵਿੱਚ ਮਾਮਲਾ ਇੱਥੋਂ ਤੱਕ ਹੈ ਕਿ 100 ਕਰੋੜ ਰੁਪਏ ਦੇ ਵਿੱਚ ਕਹਿੰਦੇ ਕਿ ਰਾਜ ਸਭਾ ਦੀ ਸੀਟ ਵੀ ਦਵਾ ਦੇਾਂਗੇ ਤੁਹਾਨੂੰ। ਉਰਾਂ ਦੀ ਨਹੀਂ ਪਰਾਂ ਦੀ ਨਹੀਂ, ਗੱਲ ਸਿਰੇ ਵਾਲੀ ਕਰਨ ਡਏ ਨੇ। ਕਹਿੰਦੇ ਕਿ ਰਾਜ ਸਭਾ ਦੀ, ਵੈਸੇ ਮੇਰੇ ਖਿਆਲ ਦੇ ਨਾਲ ਕੋਈ 500-700 ਕਰੋੜ ਦਾ ਇੰਤਜ਼ਾਮ ਕਰ ਸਕਦਾ ਹੁੰਦਾ ਤੇ ਹੋ ਸਕਦਾ ਸੀ। ਉਹਨੂੰ ਕਹਿੰਦੇ ਕਿ ਵਾਈਟ ਹਾਊਸ ਚ ਪਹੁੰਚਾ ਦੇਾਂਗੇ, ਕੋਈ ਦਿੱਕਤ ਹੀ ਨਹੀਂ ਆਉਂਦੀ। ਪਰ ਬਈ ਠੱਗੀਆਂ ਇੱਥੇ ਪਰਾਂ ਤੋਂ ਪਰਾਂ, ਉਹ ਜਿਵੇਂ ਕਹਿੰਦੇ ਨਾ ਦੁਨੀਆ ਪਰੇ ਤੋਂ ਪਰੇ ਪਈ ਹੈ। ਇੱਥੇ 210 ਕਰੋੜ ਦੀ ਠੱਗੀ ਬੰਦਾ ਤਿਹਾੜ ਜੇਲ੍ਹ ਚ ਬੈਠਾ ਹੀ ਮਾਰ ਗਿਆ ਸੀਗਾ, ਹਾਲੇ ਵੀ ਹੈਗਾ ਉਹ ਤਿਹਾੜ ਜੇਲ੍ਹ ਦੇ ਵਿੱਚ ਹੀ ਹੈ। ਜੈਕਲੀਨ ਫਰਨਾਂਡਸ ਦੇ ਨਾਲ ਫੋਟੋਆਂ, ਪਤਾ ਨਹੀਂ ਕਿਹਦੇ ਨਾਲ ਉਹਦੀਆਂ ਫੋਟੋਆਂ। ਤਾਂ ਗੱਲ ਇਹ ਆ ਕਿ ਜਿਨ੍ਹਾਂ ਠੱਗੀਆਂ ਮਾਰਨੀਆਂ ਮਾਰ ਜਾਂਦੇ ਆ। ਸੋ ਇਹ ਕਹਿੰਦੇ ਆ ਕਿ ਸੌਦਾ ਵੀ ਹੋਇਆ ਸੀ, ਵੈਸੇ 4-5 ਦੋਸ਼ੀ ਜਿਹੜੇ ਫੜੇ ਗਏ ਨੇ, ਕਈਆਂ ਦੇ ਨਾਲ ਇਹਨਾਂ ਨੇ ਇਸ ਤਰ੍ਹਾਂ ਦੇ ਫਰਾਡ ਕੀਤੇ ਸੀ। ਫੋਨ ਟੇਪ ਕਰਕੇ CBI ਨੇ ਇਹ ਸਾਰੀਆਂ ਜਿਹੜੀਆਂ ਕਾਲਾਂ ਜਿਹੜੀਆਂ ਇੰਟਰਸੈਪਟ ਕੀਤੀਆਂ, ਉਸ ਤੋਂ ਬਾਅਦ ਫਿਰ ਇਹ ਸਾਰੇ ਅੜਕੇ ਚੜ ਗਏ। ਤੇ ਉਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਕੀ ਇਹਨਾਂ ਦੇ ਨਾਲ ਕੋਈ ਹੋਰ ਵੀ ਬੰਦਾ ਇਸ ਤਰ੍ਹਾਂ ਦਾ ਹੈਗਾ, ਕਿਉਂਕਿ ਜਿਹੜੀ ਉਹ 210 ਕਰੋੜ ਦੀ ਠੱਗੀ ਹੋਈ ਸੀਗੀ ਉਹ ਤਾਂ ਇੱਕ ਤਰ੍ਹਾਂ ਨਾਲ ਫਿਲਮੀ ਸਟੋਰੀ ਹੈ ਕਿ ਮੰਤਰਾਲਿਆਂ ਤੱਕ ਬੰਦੇ ਖਿਲਾਰੇ ਹੋਏ ਸਨ ਉਹਨਾਂ ਨੇ ਆਪਣੇ,
ਜਿੱਥੇ ਜਾਂਦੇ ਸਨ ਉਹਨਾਂ ਨੂੰ ਅੱਗੇ ਕੋਈ ਨਾ ਕੋਈ ਬੰਦਾ ਮਿਲਦਾ ਸੀਗਾ। ਉਹ ਸਾਰੀ ਕਹਾਣੀ ਪੜ੍ਹਨ ਵਾਲੀ ਹੈ, ਬੜੀ ਜ਼ਬਰਦਸਤ ਕਹਾਣੀ ਸੀਗੀ ਉਸ ਬੰਦੇ ਦੀ। ਵੈਸੇ ਫਰੌਡੀਆਂ ਦੀਆਂ ਕਹਾਣੀਆਂ ਵਾਕਿਆ ਏਦਾਂ ਦੀਆਂ ਹੀ ਹੁੰਦੀਆਂ ਨੇ। ਤਾਂ ਇਹ ਮਤਲਬ ਕਿ ਜਿਹੜੀ ਹੁਣ ਗੱਲ ਆ ਰਹੀ ਹੈ ਕਿ ਕੀ ਵਾਕਿਆ ਜਿਹੜੀ ਇੰਨੀ ਵੱਡੀ ਰਕਮ ਦਿੱਤੀ ਜਾ ਰਹੀ ਸੀਗੀ, ਕੀ ਕੋਈ ਜੀ ਪੋਲੀਟੀਸ਼ੀਅਨ ਇਸ ਤਰ੍ਹਾਂ ਦੀ ਰਕਮ ਆਫਰ ਕਰ ਰਿਹਾ ਸੀ? ਕਿਉਂਕਿ ਸਧਾਰਨ ਬੰਦਾ ਕਿਉਂ ਦੇਗਾ 100 ਕਰੋੜ ਰੁਪਈਆ, ਜਾਂ ਕੋਈ 50 ਕਰੋੜ, ਕੋਈ 60 ਕਰੋੜ ਰੁਪਈਆ ਕਿਉਂ ਦੇਗਾ? ਉਹੀ ਬੰਦਾ ਦੇਗਾ ਜਿਹੜਾ ਸਿਆਸਤ ਦੇ ਵਿੱਚ ਹੈ, ਜਿਹਨੂੰ ਪਤਾ ਹੈ ਕਿ 50 ਕਰੋੜ ਦਿੱਤਾ ਵੀ ਕਾਰ ਆ, ਆਪਾਂ 500 ਕਰੋੜ ਛਾਪ ਲੈਣਾ। ਜਿਸ ਬੰਦੇ ਕੋਲੇ ਚੁਰਲੂ ਹੈ, ਜਿਸ ਬੰਦੇ ਕੋਲੇ ਇਹ ਮੰਤਰ ਹੈ, ਉਹੀ ਪੈਸਾ ਦੇਵੇਗਾ। ਤੇ ਦੱਸਦੇ ਆ ਕਿ ਇਹਨਾਂ ਨੇ 3-4 ਵਿਧਾਇਕਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਪੇਸ਼ਕਸ਼ ਰੱਖੀ ਸੀ। ਹੁਣ ਦੇਖਣਾ ਇਹ ਹੋਏਗਾ ਕਿ ਕੀ ਉਹਨਾਂ ਦੇ ਵਿੱਚੋਂ ਕਿਸੇ ਨੇ ਪੈਸੇ ਦਿੱਤੇ ਜਾਂ ਨਹੀਂ ਦਿੱਤੇ। ਪਰ ਦੱਸਦੇ ਆ ਕਿ 100 ਕਰੋੜ ਰੁਪਈਆ ਮੰਗ ਕੇ ਰਾਜ ਸਭਾ ਦੀ ਟਿਕਟ ਜਿਹੜੀ ਆ ਦਿਵਾਉਣ ਦੀ ਗੱਲ ਕਰ ਰਹੇ ਸੀ। ਤਾਂ ਇਹਦਾ ਮਤਲਬ ਇਹ ਆ ਕਿ ਪਿਛਲੇ ਦਿਨੀ ਜਿਹੜੀ ਰਾਜ ਸਭਾ ਦੀ ਇਲੈਕਸ਼ਨ ਹੋਈ ਆ, ਸ਼ਾਇਦ ਇਸੇ ਦਰਮਿਆਨ ਹੀ ਇਹਨਾਂ ਨੇ ਸਾਰੀ ਗੂੰਦ ਜਿਹੜੀ ਆ ਗੁੰਦੀ ਸੀ। ਜੀ 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 ਮੰਡੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਥੈਂਕ ਯੂ ਜੀ। ਜੀ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਗੱਲਬਾਤ ਕਰਦੇ ਹਾਂ ਹੋਰ ਅਹਿਮ ਖਬਰਾਂ ਦੇ ਬਾਰੇ। ਰੁਖ ਕਰਾਂਗੇ ਬਹਿਬਲ ਕਲਾਂ ਦਾ। ਬਹਿਬਲ ਕਲਾਂ ਜਿੱਥੇ ਅਕਾਲੀ ਦਲ ਸਰਕਾਰ ਵੇਲੇ ਗੋਲੀ ਚਲਾਈ ਗਈ ਸੀ ਸਰਕਾਰ ਵੱਲੋਂ ਤੇ ਉੱਥੇ ਦੋ ਸਿੰਘ ਸ਼ਹੀਦ ਹੋ ਗਏ ਸਨ। ਹੁਣ ਉੱਥੇ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਵਿੱਚ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਬੇਰੰਗ ਮੁੜਨਾ ਪਿਆ। ਉਹਨਾਂ ਆਪਣੀਆਂ ਦਲੀਲਾਂ ਦੇ ਨਾਲ ਸੰਗਤ ਦੇ ਰੋਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਇਨਸਾਫ ਮੋਰਚੇ ਦੇ ਸੁਖਰਾਜ ਸਿੰਘ ਨਿਆਮੀਵਾਲਾ ਤੇ ਸੰਗਤ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਸਵਾਲਾਂ ਤੋਂ ਬਚਦਿਆਂ ਕੈਬਨਿਟ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਖਿਸ ਗਏ ਸਨ। ਪਿੰਡ ਬਹਿਬਲ ਕਲਾਂ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਮੋਰਚੇ ਦੇ ਆਗੂ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਅਤੇ ਪਿਛਲੀਆਂ 2 ਮੀਟਿੰਗਾਂ ਦੇ ਦੌਰਾਨ ਏਜੀ ਦੀ ਦਫ਼ਤਰ ਦੀ ਟੀਮ ਨੇ 3 ਮਹੀਨੇ ਦਾ ਸਮਾਂ ਮੰਗਿਆ ਸੀ ਪਰ ਹੁਣ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਸਰਕਾਰ ਕੋਈ ਠੋਸ ਫੈਸਲਾ ਨਹੀਂ ਲੈ ਸਕੀ। ਇਸ ਤੋਂ ਬਾਅਦ ਹੋਰ 15 ਦਿਨ ਦਾ ਸਮਾਂ ਮੰਗਿਆ ਗਿਆ ਸੀ ਜੋ ਕਿ ਖਤਮ ਹੋ ਗਿਆ ਹੈ। ਇਨਸਾਫ ਮੋਰਚੇ ਅਤੇ ਕੈਬਨਿਟ ਮੰਤਰੀ ਵਿਚਾਲੇ ਹੋਈ ਮੀਟਿੰਗ ਦੇ ਦੌਰਾਨ ਬੈਂਸ ਨੇ ਹੋਰ 6 ਮਹੀਨੇ ਦਾ ਸਮਾਂ ਮੰਗਿਆ ਜਿਸ ਨੂੰ ਮੋਰਚੇ ਦੇ ਆਗੂਆਂ ਨੇ ਰੱਦ ਕਰ ਦਿੱਤਾ। ਸੁਖਰਾਜ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਇਨਸਾਫ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਹੁਣ ਆਪਣੀ ਗੱਲ ਤੇ ਪੂਰੀ ਨਹੀਂ ਉਤਰ ਰਹੀ। ਉਹਨਾਂ ਕਿਹਾ ਕਿ ਬਹਿਬਲ ਕਲਾਂ ਦੇ ਵਿੱਚ 31 ਜੁਲਾਈ ਨੂੰ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਇਕੱਠ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਉਧਰ ਦੂਜੇ ਪਾਸੇ ਹਲਕਾ ਵਿਧਾਇਕ ਅਤੇ ਸਪੀਕਰ ਕੁਲਤਾਰ ਸੰਧਵਾਂ ਨੇ ਆਖਿਆ ਕਿ ਸੂਬਾ ਸਰਕਾਰ ਇਨਸਾਫ ਮੋਰਚੇ ਦੇ ਨਾਲ ਹੈ। ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਗੱਲਾਂ ਬਹੁਤ ਹੋ ਚੁੱਕੀਆਂ ਨੇ ਪਰ ਹੁਣ ਕਾਰਵਾਈ ਦੀ ਲੋੜ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਨੂੰ ਕਾਰਵਾਈ ਦੇ ਲਈ 6 ਮਹੀਨੇ ਦਾ ਸਮਾਂ ਦੇ ਦੇਣਾ ਚਾਹੀਦਾ ਹੈ ਤੇ ਉਹਨਾਂ ਦੇ ਨਾਲ ਗੁਰਦਿੱਤ ਸਿੰਘ ਸੇਖੋਂ ਤੇ ਵਿਧਾਇਕ ਅਮੋਲਕ ਸਿੰਘ ਵੀ ਹਾਜ਼ਰ ਸਨ। ਅਮੋਲਕ ਸਿੰਘ ਜੈਤੋ ਤੋਂ ਵਿਧਾਇਕ ਨੇ ਤੇ ਗੁਰਦਿੱਤ ਸਿੰਘ ਸੇਖੋਂ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਸੋ ਬਹਿਬਲ ਕਲਾਂ ਦੇ ਵਿੱਚ ਗੋਲੀकांड 2015 ਦੇ ਵਿੱਚ ਵਾਪਰਿਆ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਿਹੜਾ ਪਰਚਾ ਜਾਂ ਜਿਹੜੀਆਂ ਚੀਫ ਜਸਟਿਸ ਸ਼ਾਇਦ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਜੋ ਜੋਰਾ ਸਿੰਘ ਕਮਿਸ਼ਨ ਨੇ ਵੀ ਇਹਦੀ ਜਾਂਚ ਕੀਤੀ, ਰਣਜੀਤ ਸਿੰਘ ਕਮਿਸ਼ਨ ਨੇ ਵੀ ਇਹਦੀ ਜਾਂਚ ਕੀਤੀ ਸੀ ਤਾਂ ਉਦੋਂ ਇਹ ਗੱਲਾਂ ਕਹੀਆਂ ਜਾਂਦੀਆਂ ਰਹੀਆਂ ਕਿ ਅਣਪਛਾਤੀ ਪੁਲਿਸ ਨੇ ਗੋਲੀ ਚਲਾਈ ਸੀ। 2 ਸਿੰਘ ਉੱਥੇ ਸ਼ਹੀਦ ਹੋਏ ਸਨ, ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਜਿਨ੍ਹਾਂ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ। ਉਹ ਇਸ ਵੇਲੇ ਮੋਰਚੇ ਇਨਸਾਫ ਮੋਰਚਾ ਉਹਨਾਂ ਨੇ ਲਾਇਆ ਹੋਇਆ ਪੰਥਕ ਧਿਰਾਂ ਦੇ ਜਿਹੜਾ ਸਹਿਯੋਗ ਦੇ ਨਾਲ। ਸੋ ਸਰਕਾਰ ਦੇ ਨਾਲ ਗੱਲਬਾਤ ਨਹੀਂ ਚੱਲੀ। ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਸਾਰਿਆਂ ਨੇ ਬਰਗਾੜੀ ਮੋਰਚਾ ਲੱਗਿਆ ਸੀ। ਮੋਰਚਾ ਬਹੁਤ ਮੁਕਾਮ ਤੇ ਸੀ, ਸਿਖਰਾਂ ਤੇ ਸੀ ਪਰ ਉਸ ਮੋਰਚੇ ਨੂੰ ਕੋਈ ਮੁਕਾਮ ਮਿਲਦਾ ਉਸ ਤੋਂ ਪਹਿਲਾਂ ਹੀ ਸਰਕਾਰ ਦੇ ਨਾਲ ਕਈ ਗੱਲਾਂ ਨੂੰ ਲੈ ਕੇ ਸਹਿਮਤੀ ਹੋ ਗਈ। ਅੱਜ ਵੀ ਪੰਥਕ ਧਿਰਾਂ ਦੇ ਵਿੱਚ ਵਿਚਰਦੇ ਕਈ ਅਹਿਮ ਆਗੂਆਂ, ਕਈ ਅਹਿਮ ਚਿਹਰਿਆਂ ਖਾਸ ਕਰਕੇ ਜੇ ਗੱਲ ਕਰੀਏ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਜਾਂ ਹੋਰ ਵੀ ਕਈ ਅਹਿਮ ਆਗੂਆਂ ਨੂੰ ਇਸ ਗੱਲ ਤੇ ਹਮੇਸ਼ਾ ਸਵਾਲ ਹੁੰਦੇ ਰਹਿੰਦੇ ਆ ਕਿ ਬਹਿਬਲ ਕਲਾਂ ਦਾ ਜਿਹੜਾ ਬਰਗਾੜੀ ਮੋਰਚਾ ਬਹਿਬਲ ਕਲਾਂ ਦੇ ਇਨਸਾਫ ਦੇ ਲਈ ਲਾਇਆ ਗਿਆ ਸੀ ਉਹ ਮੋਰਚਾ ਚੱਕਿਆ ਕਿਉਂ ਤੁਸੀਂ? ਸਰਕਾਰਾਂ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਕੰਮ ਕਰਦੀਆਂ। ਸਰਕਾਰਾਂ ਦਾ ਕੰਮ ਇੱਕ ਵਾਰੀ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨਾ, ਠੰਡਾ ਕਰਨਾ ਹੁੰਦਾ ਹੈ ਤੇ ਮੋਰਚਿਆਂ ਨੂੰ ਖੀਰੂ ਕਰਨਾ ਹੁੰਦਾ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਜਦੋਂ ਚੋਣਾਂ ਹੋਈਆਂ ਸਨ, ਜਦੋਂ ਰਿਜ਼ਲਟ ਆਇਆ ਸੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੋਮ ਮਿਨਿਸਟਰ ਵੀ ਰਹੇ ਨੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਕਾਲੀਆਂ ਨੇ ਬੇਅਦਬੀਆਂ ਕਰਵਾਈਆਂ, ਅਕਾਲੀਆਂ ਨੇ ਬਹਿਬਲ ਕਲਾਂ ਗੋਲੀ ਚਲਾਈ, ਉਹਨਾਂ ਨਾਲ ਦੀ ਹੋ ਗਈ। ਅਸੀਂ ਜੋ ਕੀਤਾ ਸਾਡੇ ਨਾਲ ਫਿਰ ਜੋ ਸਾਡੇ ਨਾਲ ਹੋਈ ਹੈ ਅਸੀਂ ਇਹਦੇ ਹੱਕਦਾਰ ਸੀ। ਮਤਲਬ ਉਹਨਾਂ ਦਾ ਸਿੱਧਾ ਕਹਿਣਾ ਕਿ ਅਸੀਂ ਲੋਕਾਂ ਨੂੰ ਇਨਸਾਫ ਨਹੀਂ ਦੇ ਸਕੇ ਜਦ ਕਿ ਅਸੀਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸਹੁੰ ਖਾਧੀ ਸੀ ਬੇਅਦਬੀਆਂ ਦੀ, ਨਸ਼ੇ ਦਾ ਲੱਕ ਤੋੜਨ ਦੀ। ਪਰ 4.5 ਸਾਲ ਕਾਂਗਰਸ ਪਾਰਟੀ ਨੂੰ ਇੰਨੇ ਨਹੀਂ ਪਤਾ ਲੱਗਿਆ ਕਿ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹ ਸਾਡੇ ਵਾਲੇ ਪਾਸਿਓਂ ਖੇਡ ਰਿਹਾ ਜਾਂ ਫਿਰ ਦੂਜੇ ਪਾਸਿਓਂ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਰਾਜਸਥਾਨ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ ਅਲਵਰ ਇਲਾਕੇ ਦੇ ਵਿੱਚੋਂ। ਉੱਥੇ ਗ੍ਰਾਂਥੀ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਤੇ ਉਹਦੇ ਕੇਸ ਕੱਟਣ ਦੀ ਘਟਨਾ ਵਾਪਰੀ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਇੱਥੋਂ ਜਿਹੜੀ ਘਟਨਾ ਵਾਪਰੀ ਹੈ ਉਹਦੀ ਨਿਖੇਧੀ ਕੀਤੀ ਹੈ ਤੇ ਹੁਣ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੁਰੰਤ ਆਪਣਾ ਵਫਦ ਭੇਜ ਕੇ ਰਾਜਸਥਾਨ ਦੇ ਮੁੱਖ ਮੰਤਰੀ ਕੋਲੇ ਇਸ ਘਟਨਾ ਤੇ ਡੂੰਘਾ ਰੋਸ ਪ੍ਰਗਟਾਵੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਖਾਂ ਤੇ ਹੋ ਰਹੇ ਹਮਲਿਆਂ ਦੀਆਂ ਵਾਰਦਾਤਾਂ ਸਾਹਮਣੇ ਆਉਣਾ
ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪੰਜਾਬ ਦੇ ਲੋਕ ਸੰਪਰਕ, ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਵਿੱਚ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਰੇਤ ਮਾਫੀਆ ਨੂੰ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਹਾਲ ਦੇ ਵਿੱਚ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਨੇ ਗੱਲਬਾਤ ਕਰਦਿਆਂ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਪਿਛਲੇ 1 ਮਹੀਨੇ ਦੌਰਾਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ 90 ਤੋਂ ਵੱਧ ਗੈਂਗਸਟਰਾਂ ਨੂੰ ਕਾਬੂ ਕੀਤਾ ਜਾਂ ਖਤਮ ਕੀਤਾ ਹੈ। ਅਮਨ ਅਰੋੜਾ ਨੇ ਦੋਸ਼ ਲਾਇਆ ਹੈ ਕਿ ਪਿਛਲੀਆਂ ਸਰਕਾਰਾਂ ਗੈਂਗਸਟਰਾਂ ਤੇ ਡਰੱਗ ਮਾਫੀਆ ਦੀ ਪੁਸ਼ਤਪਣਾਈ ਕਰਦੀਆਂ ਆਈਆਂ ਲਗਾਤਾਰ ਆ ਰਹੀਆਂ ਨੇ, ਪਰ ਆਮ ਆਦਮੀ ਪਾਰਟੀ ਸਰਕਾਰ ਮਾੜੇ ਅਨਸਰਾਂ ਦਾ ਸਫਾਇਆ ਕਰਕੇ ਰਹੇਗੀ। ਵੱਧਦੇ ਹਾਂ ਅਗਲੀ ਖਬਰ ਦੇ ਵੱਲ, ਗੱਲ ਕਰਦੇ ਹਾਂ, ਰੁਖ ਕਰਦੇ ਹਾਂ ਕੈਨੇਡਾ ਦੇ ਵੈਨਕੂਵਰ ਦਾ, ਜਿੱਥੇ ਸ਼ਹਿਰ ਦੇ ਵਿੱਚ ਗੈਂਗਵਾਰ ਦੇ ਚੱਲਦਿਆਂ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਦੇ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਅਤੇ ਉਸ ਦਾ ਦੋਸਤ ਸਤਿੰਦਰ ਗਿੱਲ ਹਲਾਕ ਹੋ ਗਏ। ਇਹ ਦਾਅਵਾ ਵੈਨਕੂਵਰ ਸਨ ਦੀ ਰਿਪੋਰਟ ਦੇ ਵਿੱਚ ਕੀਤਾ ਗਿਆ। ਰਿਪੋਰਟ ਦੇ ਮੁਤਾਬਕ ਧਾਲੀਵਾਲ ਬ੍ਰਦਰਜ਼ ਕੀਪਰਸ ਗਰੋਹ ਦੇ ਨਾਲ ਸੰਬੰਧ ਰੱਖਦਾ ਸੀ। ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਵੈਨਕੂਵਰ ਦੇ ਵਿਸਲਰ ਦੇ ਐਨ ਵਿਚਾਲੇ ਹੋਟਲ ਸਨਡਾਈਲ ਦੇ ਨੇੜੇ ਜਦੋਂ ਗੋਲੀਆਂ ਚੱਲੀਆਂ ਤਾਂ ਉਦੋਂ ਮਨਿੰਦਰ ਧਾਲੀਵਾਲ ਅਤੇ ਉਸ ਦਾ ਦੋਸਤ ਸਤਿੰਦਰ ਗਿੱਲ ਵੀ ਮੌਜੂਦ ਸੀ। ਗਿੱਲ ਗਰੋਹ ਦੇ ਵਿੱਚ ਸ਼ਾਮਲ ਨਹੀਂ ਸੀ। ਗੋਲੀਬਾਰੀ ਦੇ ਦੌਰਾਨ ਧਾਲੀਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਗਿੱਲ ਨੇ ਹਸਪਤਾਲ ਦੇ ਵਿੱਚ ਜਾ ਕੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਕੇਸ ਦੀ ਤਫਤੀਸ਼ ਕਰ ਰਹੀ ਟੀਮ ਨੇ ਕਿਹਾ ਕਿ ਗੋਲੀਬਾਰੀ 2 ਧੜਿਆਂ ਦੀ ਗੈਂਗਵਾਰ ਦਾ ਹੀ ਸਿੱਟਾ ਹੈ। ਗੱਲ ਕਰਦੇ ਹਾਂ ਭਾਰਤ ਦੀ ਨਾਗਰਿਕਤਾ ਦੀ। ਭਾਰਤ ਦੇ ਗ੍ਰਹਿ ਮਹਿਕਮੇ ਦੇ ਮੁਤਾਬਕ 2021 ਦੇ ਵਿੱਚ 1,63,370 ਲੋਕਾਂ ਨੇ ਦੇਸ਼ ਦੀ ਨਾਗਰਿਕਤਾ ਛੱਡ ਦਿੱਤੀ। ਸੰਸਦ ਦੇ ਵਿੱਚ ਪੇਸ਼ ਦਸਤਾਵੇਜ਼ ਦੇ ਮੁਤਾਬਕ ਇਹਨਾਂ ਲੋਕਾਂ ਨੇ ਨਿੱਜੀ ਕਾਰਨਾਂ ਕਰਕੇ ਆਪਣੀ ਨਾਗਰਿਕਤਾ ਛੱਡਣ ਦਾ ਫੈਸਲਾ ਕੀਤਾ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਵੱਧ 78,284 ਲੋਕਾਂ ਨੇ ਅਮਰੀਕਾ ਨੂੰ ਪਹਿਲ ਦਿੱਤੀ ਹੈ ਅਤੇ ਅਮਰੀਕਾ ਦੀ ਨਾਗਰਿਕਤਾ ਲਈ ਹੈ। ਇਸ ਤੋਂ ਇਲਾਵਾ 23,533 ਲੋਕਾਂ ਨੇ ਆਸਟ੍ਰੇਲੀਆ ਅਤੇ 21,597 ਲੋਕਾਂ ਨੇ ਕੈਨੇਡੀਅਨ ਨਾਗਰਿਕਤਾ ਦੇ ਲਈ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਉਧਰ ਦੂਜੇ ਪਾਸੇ ਚੀਨ ਦੇ ਬਾਰੇ ਵੀ ਖਬਰਾਂ ਆ ਰਹੀਆਂ ਨੇ ਕਿ ਉੱਥੇ 300 ਲੋਕਾਂ ਨੇ ਉੱਥੋਂ ਦੀ ਨਾਗਰਿਕਤਾ ਲਈ ਹੈ ਤੇ 41 ਲੋਕਾਂ ਨੇ ਪਾਕਿਸਤਾਨ ਦੀ ਨਾਗਰਿਕਤਾ ਲਈ ਹੈ। 2020 ਦੇ ਵਿੱਚ ਭਾਰਤ ਦੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਦੀ ਗਿਣਤੀ 85,256 ਸੀ। ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਕਿ 2019 ਦੇ ਵਿੱਚ ਵੀ ਇਹ ਆંકੜਾ ਕਾਫੀ ਵੱਧ ਗਿਆ ਸੀ, ਜਦੋਂ 1,44,000 ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਸੀ। 8 ਲੱਖ ਤੋਂ ਵੱਧ ਲੋਕਾਂ ਨੇ ਹੁਣ ਤੱਕ 2015 ਤੋਂ ਲੈ ਕੇ 20 ਤੱਕ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਇਹਨਾਂ ਅੰਕੜਿਆਂ ਦੇ ਵਿੱਚ 2020 ਦੇ ਵਿੱਚ ਕਮੀ ਦੇਖੀ ਗਈ ਸੀ, ਪਰ ਇਹਦਾ ਕਾਰਨ ਕੋਈ ਹੋਰ ਨਹੀਂ ਸੀ। ਇਹਦਾ ਕਾਰਨ ਕੋਈ ਇਹ ਨਹੀਂ ਸੀਗਾ ਕਿ ਭਾਰਤ ਹੁਣ ਬਹੁਤ ਤਰੱਕੀ ਕਰ ਰਿਹਾ ਤੇ GDP ਵੱਧ ਗਈ ਹੈ ਜਾਂ ਇੱਥੇ ਜੋ ਕੁਝ ਹੋ ਰਿਹਾ ਉਹ ਹੁਣੋਂ ਹਟ ਗਿਆ ਸੀ। ਇਹਦਾ ਕਾਰਨ ਸੀ ਕਰੋਨਾ ਮਹਾਮਾਰੀ। ਇਹਦੇ ਬਾਬਤ ਜੋ ਸਰਕਾਰ ਦੀਆਂ ਟਿੱਪਣੀਆਂ, ਉਹ ਕਹਿੰਦੇ ਕਿ ਜੋ ਲੋਕ ਕਰੋਨਾ ਕਰਕੇ ਕੰਮ ਬੰਦ ਹੋਣ ਕਰਕੇ ਨਾਗਰਿਕਤਾ ਨਹੀਂ ਲੈ ਸਕੇ, ਉਹ ਇਸ ਸਾਲ ਉਹਨਾਂ ਨੂੰ ਵੀ ਨਾਗਰਿਕਤਾ ਮਿਲੂਗੀ। ਪਰ ਕਈ ਲੋਕਾਂ ਨੇ ਕਿਹਾ ਕਿ ਅਸਲ ਦੇ ਵਿੱਚ ਉਹ ਦੇਸ਼ ਛੱਡਣਾ ਹੀ ਚਾਹੁੰਦੇ ਸਨ, ਨਾਗਰਿਕਤਾ ਛੱਡਣੀ ਚਾਹੁੰਦੇ ਸਨ ਅਤੇ ਮਾਹਰਾਂ ਦੀ ਸਲਾਹ ਲੈਣ ਤੋਂ ਬਾਅਦ ਉਹਨਾਂ ਨੇ ਜਿਹੜਾ ਇਹ ਨਾਗਰਿਕਤਾ ਛੱਡੀ ਹੈ। ਅਮਰੀਕਾ ਦੀ ਰਹਿਣ ਵਾਲੀ ਇੱਕ ਕੁੜੀ ਦਾ ਕਹਿਣਾ ਹੈ ਕਿ ਜੇਕਰ ਭਾਰਤ ਨੇ ਆਪਣੀ ਨਾਗਰਿਕਤਾ ਛੱਡਣ ਜਾਂ ਬ੍ਰੇਨ ਡਰੇਨ ਦੀ ਦਰ ਨੂੰ ਕਾਬੂ ਕਰਨਾ ਤਾਂ ਉਸ ਨੂੰ ਯਕਦਮ ਕਈ ਕਦਮ ਚੁੱਕਣੇ ਪੈਣਗੇ। ਇਸ ਲਈ ਨਵੇਂ ਮੌਕਿਆਂ ਤੋਂ ਲੈ ਕੇ ਦੋਹਰੀ ਨਾਗਰਿਕਤਾ ਤੱਕ ਚੰਗੀਆਂ ਸਹੂਲਤਾਂ ਦੇਣ ਉੱਪਰ ਵੀ ਵਿਚਾਰ ਕਰਨਾ ਜ਼ਰੂਰੀ ਹੈ। ਉਹ ਕਹਿੰਦੀ ਹੈ ਕਿ ਸਾਲ 2003 ਦੇ ਵਿੱਚ ਨੌਕਰੀ ਦੇ ਸੰਬੰਧ ਦੇ ਵਿੱਚ ਮੈਂ ਅਮਰੀਕਾ ਗਈ ਸੀ, ਪਰ ਉੱਥੇ ਰਹਿਣਾ ਹੀ ਮੈਨੂੰ ਪਸੰਦ ਆਇਆ ਤੇ ਉੱਥੇ ਰਹਿਣ ਦਾ ਮੈਂ ਫੈਸਲਾ ਕੀਤਾ। ਉਸ ਤੋਂ ਬਾਅਦ ਉਹਨਾਂ ਦੀਆਂ ਅਗਲੀਆਂ ਜਨਰੇਸ਼ਨਸ ਦਾ ਜਨਮ ਅਮਰੀਕਾ ਦੇ ਵਿੱਚ ਹੋਇਆ ਅਤੇ ਉਹਨਾਂ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਤੇ ਕੁਝ ਸਾਲ ਪਹਿਲਾਂ ਉਹਨਾਂ ਨੂੰ ਨਾਗਰਿਕਤਾ ਮਿਲ ਗਈ। ਉਹ ਕਹਿੰਦੇ ਨੇ ਕਿ ਇੱਥੇ ਜੀਵਨ ਪੱਧਰ ਬਹੁਤ ਆਸਾਨ ਹੈ, ਜੀਵਨ ਪੱਧਰ ਵਧੀਆ ਬਹੁਤ ਹੈ, ਬੱਚਿਆਂ ਦੀ ਆਪਣੀ ਪੜ੍ਹਾਈ ਚੰਗੀ ਹੋ ਜਾਂਦੀ ਹੈ ਤੇ ਭਾਰਤ ਨਾਲੋਂ ਕਿਤੇ ਜ਼ਿਆਦਾ ਵਧੀਆ ਮੌਕੇ ਨੇ, ਭਾਰਤ ਨਾਲੋਂ ਕਿਤੇ ਜ਼ਿਆਦਾ ਵਧੀਆ ਕਮਾਉਣ ਦੇ, ਰਹਿਣ ਦੇ, ਖਾਣ ਦੇ, ਪੀਣ ਦੇ, ਵਿਚਰਨ ਦੇ ਮੌਕੇ ਨੇ ਅਮਰੀਕਾ ਦੇ ਵਿੱਚ। ਉਹ ਕਹਿੰਦੇ ਕੰਮ ਦਾ ਮਾਹੌਲ ਬਹੁਤ ਵਧੀਆ, ਜਿੰਨਾ ਕੰਮ ਤੁਸੀਂ ਕਰਦੇ ਹੋ ਉਸ ਹਿਸਾਬ ਦੇ ਨਾਲ ਤੁਹਾਨੂੰ ਚੰਗੀ ਤਨਖਾਹ ਮਿਲਦੀ ਹੈ ਤੇ ਤੁਹਾਨੂੰ ਇੱਕ ਅਜਿਹੀ ਲਾਈਫ ਮਿਲਦੀ ਹੈ, ਅਜਿਹੀ ਜ਼ਿੰਦਗੀ ਮਿਲਦੀ ਹੈ ਜਿਸ ਦੇ ਵਿੱਚ ਤੁਹਾਡਾ ਮਾਣ ਸਤਿਕਾਰ, ਜਿਸ ਦੇ ਵਿੱਚ ਤੁਹਾਡੀ ਆਰਥਿਕ ਆਜ਼ਾਦੀ, ਤੁਹਾਡੀ ਧਾਰਮਿਕ ਆਜ਼ਾਦੀ, ਤੁਹਾਡੀ ਸਮਾਜਿਕ ਆਜ਼ਾਦੀ ਜਿਹੜੀ ਹੈ ਉਹ ਕਾਇਮ ਰਹਿੰਦੀ ਹੈ ਔਰ ਤੁਸੀਂ ਉਸ ਨੂੰ
ਮਾਣ ਸਕਦੇ ਹੋ। ਜਦ ਕਿ ਭਾਰਤ ਦੇ ਵਿੱਚ ਜੇਕਰ ਤੁਸੀਂ ਹਰ ਤਰ੍ਹਾਂ ਦੀ ਬੋਲਣ ਦੀ, ਰਹਿਣ ਦੀ, ਸਹਿਣ ਦੀ, ਪਹਿਨਣ ਪਰਚਰਨ ਦੀ, ਵਿਚਰਨ ਦੀ, ਧਾਰਮਿਕ ਕਿਸੇ ਤਰ੍ਹਾਂ ਦੀ ਆਜ਼ਾਦੀ ਦੀ ਗੱਲ ਕਰੋਗੇ ਤਾਂ ਤੁਹਾਨੂੰ ਉੱਥੋਂ ਦੀ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਕੁਛ ਹੋਰ ਨਜ਼ਰ ਆਏਗੀ। ਹਾਲਾਂਕਿ ਸਰਕਾਰਾਂ ਜੋ ਮਰਜ਼ੀ ਦਾਅਵੇ ਕਰਦੀਆਂ ਰਹਿਣ, ਪਰ ਜਦੋਂ ਇੱਕ ਪੱਤਰਕਾਰ ਨੂੰ ਟਵੀਟ ਦੇ ਮਾਮਲੇ ਦੇ ਵਿੱਚ 2018 ਦੇ ਮਾਮਲੇ ਦੇ ਟਵੀਟ ਦੇ ਵਿੱਚ ਜੇਲ੍ਹ ਦੇ ਵਿੱਚ ਠੋਕ ਦਿੱਤਾ ਜਾਵੇ ਤੇ ਇੱਕ ਬੀਬੀ ਟੈਲੀਵਿਜ਼ਨ ਤੇ ਬਹਿ ਕੇ ਸ਼ਰੇਆਮ ਇੱਕ ਫਿਰਕੇ ਦੇ ਅਕਾਦਤ ਨੂੰ ਟਾਰਗੇਟ ਕਰੇ, ਪਰਚਾ ਇੱਕੋ ਹੋਵੇ, ਕੇਸ ਇੱਕੋ ਦਰਜ ਹੋਵੇ ਤੇ ਪੱਤਰਕਾਰ ਨੂੰ ਜੇਲ੍ਹ ਹੋਵੇ ਤੇ ਬੀਬੀ ਬੜੇ ਆਰਾਮ ਦੇ ਨਾਲ ਸੁਰੱਖਿਆ ਦੇ ਘੇਰੇ ਦੇ ਵਿੱਚ ਰਹਿ ਕੇ ਆਪਦਾ ਘਰੇ ਕੰਮਕਾਰ ਕਰੇ, ਤਾਂ ਫਿਰ ਤੁਹਾਡਾ ਵਿਚਾਰਨਾ ਬਣਦਾ ਹੈ ਕਿ ਬੋਲਣ ਦੀ ਆਜ਼ਾਦੀ ਦੇ ਅਸਲ ਮਾਇਨੇ ਕੀ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।